TKYR 1067 ਰੈਡ FM ਤੇ ਪ੍ਰੋਗਰਾਮ ਰੋਸ਼ਨੀ 'ਚ ਆਪਣੇ ਸਾਰੇ ਹੀ ਸੁਣਨ ਵਾਲਿਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ ਦੇ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਅਸੀਂ ਜਿਹੜੀ ਗੱਲ ਕਰਨੀ ਹੈ ਨਾ, ਵੈਸੇ ਤਾਂ ਸਾਨੂੰ ਸਾਰਿਆਂ ਨੂੰ ਹੀ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਪਰ ਹੁੰਦੀ ਇਸ ਕਰਕੇ ਨਹੀਂ ਕਿਉਂਕਿ ਸਾਨੂੰ ਕੈਨੇਡਾ 'ਚ ਆਇਆਂ ਨੂੰ ਇੱਦਾਂ ਹੁੰਦਾ ਕਿ ਕੋਈ ਕੰਮ ਮਿਲ ਜਾਏ, ਨੌਕਰੀ ਜਿਹੜੀ ਕਰਨੀ ਹੈ, ਸਾਨੂੰ ਇੱਕ ਵਾਰੀ ਇੰਪਲੋਇਮੈਂਟ ਮਿਲ ਜਾਏ, ਸਟਾਰਟ ਕਰ ਲਈਏ ਅਸੀਂ, ਅਤੇ ਫਿਰ ਜਿਹੜਾ ਵੀ ਕੰਮ ਹੈ ਉਹ ਅਸੀਂ ਕਰ ਲੈਣਾ ਆ। ਉਹ ਕੰਮ ਕਰਦਿਆਂ ਹੋਇਆਂ ਤੁਹਾਡੇ ਆਪਣੇ ਕੁਝ ਹੱਕ ਵੀ ਹੁੰਦੇ ਨੇ, ਉਹ ਰਾਈਟਸ ਵੀ ਹੁੰਦੇ ਆ, ਕਿਉਂਕਿ ਅਸੀਂ ਕਈ ਵਾਰ ਐਜ਼ ਐਨ ਇਮੀਗਰੈਂਟ ਜਦੋਂ ਨਵੇਂ ਆਏ ਨਿਊ ਕਮਰ ਆ, ਕਾਹਲੇ ਵੀ ਪਏ ਹੁੰਦੇ ਆ ਕਿ ਕੰਮ ਮਿਲ ਜਾਏ, ਅਤੇ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਹਾਂ ਕਈ ਕੁਝ ਸਾਡੇ ਸਾਹਮਣੇ ਉਸ ਵੇਲੇ ਆਉਂਦਾ, ਹਕੀਕਤਾਂ ਜਿਹੜੀਆਂ ਸਾਨੂੰ ਲੱਗਦਾ ਕਿ ਇਹ ਮੇਰੇ ਨਾਲ ਠੀਕ ਨਹੀਂ ਹੋ ਰਿਹਾ, ਇਹ ਮੇਰੇ ਨਾਲ ਕਿਤੇ ਨਾ ਕਿਤੇ ਵਿਤਕਰਾ ਹੋ ਰਿਹਾ ਆ, ਜਾਂ ਮੈਨੂੰ ਮੇਰੀ ਤਨਖਾਹ ਜਿਹੜੀ ਆ ਉਹ ਸਹੀ ਟਾਈਮ 'ਤੇ ਨਹੀਂ ਮਿਲਦੀ, ਮੈਨੂੰ ਜਾਣ ਬੁੱਝ ਕੇ ਇੱਦਾਂ ਪਿੱਛੇ ਰੱਖਿਆ ਜਾ ਰਿਹਾ। ਉਹ ਤੁਹਾਨੂੰ ਸਮਝ ਹੌਲੀ ਹੌਲੀ ਬਣਦੀ ਹੈ, ਪਰ ਉਸ ਵੇਲੇ ਵੀ ਅਸੀਂ ਸਿਰਫ ਕੰਮ ਕਰਨ 'ਚ ਯਕੀਨ ਰੱਖਦੇ ਕਿਉਂਕਿ ਬਿਜ਼ੀ ਲਾਈਫ ਸਟਾਈਲ ਹੈ, ਪਰ ਇਹ ਭੁੱਲ ਜਾਂਦੇ ਹਾਂ ਕਿ ਮੇਰੇ ਇਸ ਇੰਪਲੋਇਮੈਂਟ ਨੂੰ ਨਿਭਾਉਂਦਿਆਂ ਹੋਇਆਂ ਕੁਝ ਰਾਈਟਸ ਨੇ। ਸੋ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਨੋ ਯੋਰ ਰਾਈਟਸ, ਯਾਨੀ ਕਿ ਆਪਣੇ ਹੱਕਾਂ ਦੇ ਬਾਰੇ ਤੁਹਾਨੂੰ ਸੁਚੇਤ ਕਰਨਾ, ਤੁਹਾਨੂੰ ਜਾਣਕਾਰੀ ਹੋਵੇ। ਅੱਜ ਦੇ ਪ੍ਰੋਗਰਾਮ ਦਾ ਇਹ ਹੀ ਮਕਸਦ ਹੋਏਗਾ। ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਗੈਸਟ ਸ਼ਾਮਲ ਹੋਣਗੇ ਜਿਹੜੇ ਕਿ ਵਰਕਰਸ ਰਿਸੋਰਸ ਸੈਂਟਰ ਤੋਂ ਸਾਡੇ ਨਾਲ ਸ਼ਾਮਲ ਹੋਣ ਜਾ ਰਹੇ ਆ। ਰੂਬੀਨਾ ਆਬਿਦ ਜੀ ਜਿਹੜੇ ਕਿ ਆਪ ਆਊਟਰੀਚ ਕੇਸ ਵਰਕਰ ਨੇ ਵਰਕਰਸ ਰਿਸੋਰਸ ਸੈਂਟਰ ਦੇ ਨਾਲ। ਰੂਬੀਨਾ ਵੈਲਕਮ। ਥੈਂਕ ਯੂ। ਸੋ ਇਹਨਾਂ ਦੇ ਨਾਲ ਸਾਨੂੰ ਜੁਆਇਨ ਕੀਤਾ ਫਿਓਨਾ ਬਿਊਕੈਨਨ ਨੇ ਜਿਹੜੇ ਕਿ ਕਮਿਊਨੀਕੇਸ਼ਨ ਸਪੈਸ਼ਲਿਸਟ ਨੇ ਵਿਦ ਵਰਕਰਸ ਰਿਸੋਰਸ ਸੈਂਟਰ। ਫਿਓਨਾ ਵੈਲਕਮ, ਗੁੱਡ ਆਫਟਰਨੂਨ। Thank you, Gurpreet. How are you? I'm great. How are you? I'm very well, thank you. And thank you for accepting the invitation from Red FM. We're so happy to be here. Fiona, let's introduce Workers Resource Center first. I have been doing shows with your organization, but it's been a while, so why not start afresh? Sure. So the Workers Resource Center is a non-profit organization, and essentially we offer free help to Alberta workers. Rubina ji? ਹਾਂਜੀ, ਜਿਸ ਤਰ੍ਹਾਂ ਥੈਂਕ ਯੂ ਗੁਰਪ੍ਰੀਤ ਪਹਿਲੇ ਤੇ ਇਸ ਵਰਕਰਸ ਰਿਸੋਰਸ ਸੈਂਟਰ ਨੂੰ ਇਨਵਾਈਟ ਕਰਨੇ ਦਾ ਔਰ ਸਾਨੂੰ ਓਪਰਚੁਨਿਟੀ ਦੇਣੇ ਦਾ। ਅਤੇ ਬੇਸਿਕਲੀ ਵਰਕਰਸ ਰਿਸੋਰਸ ਸੈਂਟਰ ਇੱਕ ਨਾਨ ਪ੍ਰੋਫਿਟ NGO ਹੈ ਜਿਸ ਦੀ ਮੋਸਟਲੀ ਫੰਡਿੰਗ ਅਲਬਰਟਾ ਲਾਅ ਫਾਊਂਡੇਸ਼ਨ ਤੋਂ ਆਉਂਦੀ ਹੈ। ਇਸ ਤੋਂ ਇਲਾਵਾ ਸਿਟੀ ਆਫ ਕੈਲਗਰੀ ਤੋਂ ਸਾਨੂੰ ਫੰਡਿੰਗ ਮਿਲਦੀ ਹੈ। ਇਸ ਤੋਂ ਇਲਾਵਾ ਸਾਡੇ ਯੂਨਾਈਟਿਡ ਵੇ ਆਫ ਕੈਲਗਰੀ ਡੋਨਰਸ ਨੇ ਔਰ ਡਿਫਰੈਂਟ ਅਦਰਸ ਡੋਨਰਸ ਵੀ ਹੈ ਨੇ। ਸਾਡੀ ਮੇਨ ਪਰਪਜ਼ ਹੈ ਇਹ ਕਿ ਬੇਸਿਕਲੀ ਸਾਡੇ ਅਲਬਰਟਾ ਦੇ EMPLOYEES ਨੂੰ ਸਪੋਰਟ ਕਰਨਾ, ਉਹਨਾਂ ਨੂੰ ਇੱਕ ਤਾਂ ਐਜੂਕੇਟ ਕਰਨਾ ਕਿ ਉਹਨਾਂ ਦੇ ਹੱਕ ਦੇ ਬਾਰੇ ਵਿੱਚ ਪਤਾ ਚੱਲੇ, ਔਰ ਉਸ ਤੋਂ ਬਾਅਦ ਅਗਰ ਉਹਨਾਂ ਦੇ ਕੋਈ ਪ੍ਰੋਬਲਮਸ ਹਨ ਤਾਂ ਉਹਨਾਂ ਨੂੰ 1-on-1 ਸੋਲਵ ਕਰਨਾ। ਔਰ ਸਾਡੀ ਸਾਰੀ ਸਰਵਿਸਿਜ਼ ਫ੍ਰੀ ਆਫ ਕਾਸਟ ਹੁੰਦੀਆਂ ਨੇ, ਇਹ ਫ੍ਰੀ ਸਾਰੀ ਸਰਵਿਸਿਜ਼ ਨੇ। ਮਤਲਬ ਕੋਈ ਵੀ ਜਿਹਨੂੰ ਕੋਈ ਕੰਸਰਨ ਹੋਵੇ ਆਪਣੇ ਕੰਮ ਦੇ ਸੰਬੰਧ 'ਚ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਮੈਨੂੰ ਇਹ ਪਤਾ ਨਹੀਂ ਚੱਲ ਰਿਹਾ ਕਿ ਮੇਰੇ ਨਾਲ ਕੰਮ 'ਤੇ ਫੇਅਰ ਟਰੀਟਮੈਂਟ ਨਹੀਂ ਹੋ ਰਿਹਾ, ਕਿਉਂ ਨਹੀਂ ਹੋ ਰਿਹਾ, ਇੱਦਾਂ ਦੇ ਵੀ ਕੰਸਰਨਸ ਕਿਸ ਤਰ੍ਹਾਂ ਦੇ ਕੰਸਰਨਸ ਨੇ? ਬਿਲਕੁਲ ਜੀ, ਜਿਸ ਤਰ੍ਹਾਂ ਕਈ ਦਫਾ ਲੋਕੀ ਕਹਿੰਦੇ ਨੇ ਜੀ ਮੈਂ ਤੇ ਸੁਬਾਹ 8 ਵਜੇ ਕੰਮ ਸ਼ੁਰੂ ਕਰਨਾ ਤੇ ਰਾਤੀ 8 ਵਜੇ ਤੱਕ ਕਰਨਾ, ਲੇਕਿਨ ਜਦੋਂ ਮੈਨੂੰ ਮੇਰੀ ਪੇ ਸਟੱਬ ਮਿਲਦੀ ਉਹਦੇ ਵਿੱਚ 7 ਘੰਟੇ ਲਿਖੇ ਆਉਂਦੇ ਨੇ ਔਰ ਮੈਨੂੰ 7 ਘੰਟਿਆਂ ਦਾ ਪੇ ਮਿਲਦਾ। ਜਾਂ ਮੈਨੂੰ ਜੀ ਰੋਟੀ ਖਾਣ ਵਾਸਤੇ ਬ੍ਰੇਕ ਵਾਸਤੇ ਜੀ ਸਾਨੂੰ ਕੋਈ ਟਾਈਮ ਨਹੀਂ ਦਿੰਦੇ, ਉਹ ਸਾਨੂੰ ਆਲ ਟਾਈਮ ਕੈਮਰੇ ਦੇ ਅੰਡਰ ਰੱਖਦੇ ਨੇ, ਸਾਨੂੰ ਉੱਥੋਂ ਹਿੱਲਣੇ ਦੀ ਜਗ੍ਹਾ ਬਿਲਕੁਲ ਪਰਮਿਸ਼ਨ ਵੀ ਨਹੀਂ ਈਵਨ ਬ੍ਰੇਕ ਦੇ ਵਿੱਚ। ਜੀ ਸਾਨੂੰ ਜੀ ਸਟੈਟ ਹੌਲੀਡੇਜ਼ ਜੈਸੇ ਕੈਨੇਡਾ ਡੇ 'ਤੇ ਵੀ ਕੰਮ ਕਰਨੇ ਸਾਨੂੰ ਸੈਲਰੀ ਨਹੀਂ ਮਿਲਦੀ ਹੈ, ਅਤੇ ਸਾਨੂੰ ਓਵਰ ਟਾਈਮ ਅਸੀਂ ਇਤਨਾ ਟਾਈਮ ਕਰਨੇ ਆ 8 ਘੰਟੇ ਤੋਂ ਜ਼ਿਆਦਾ ਕੰਮ ਕਰ ਲਈਏ, 10 ਘੰਟੇ ਤੋਂ ਜ਼ਿਆਦਾ ਕੰਮ ਕਰ ਲਈਏ, ਸਾਨੂੰ ਓਵਰ ਟਾਈਮ ਨਹੀਂ ਮਿਲਦਾ, ਵੇਕੇਸ਼ਨ ਪੇ ਨਹੀਂ ਮਿਲਦੀ ਹੈ। ਜਾਂ ਅਗਰ ਕੋਈ ਵੈਸੇ ਵੀ ਕੋਈ ਵੀ EMPLOYEE ਫੀਲ ਕਰੇ ਕਿ ਉਹਦੇ ਨਾਲ ਕਿਸੇ ਕਿਸਮ ਦੀ ਵੀ ਨਾ ਇਨਸਾਫੀ ਹੋ ਰਹੀ ਹੈ ਅਤੇ ਅਸੀਂ ਉਹਨਾਂ ਨੂੰ ਦੇ ਆਰ ਵੈਲਕਮ, ਉਹ ਸਾਡੇ ਕੋਲ ਆਉਣ, ਅਸੀਂ 1-on-1 ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਦੇ ਕੇਸ ਨੂੰ ਸੁਣਾਂਗੇ, ਫਿਰ ਉਸ ਤੋਂ ਮੁਤਾਬਿਕ ਉਹਨਾਂ ਨੂੰ ਸਲਾਹ ਦੇਵਾਂਗੇ ਉਸ ਦੇ ਬਾਰੇ ਵਿੱਚ ਕਰਕੇ। ਅਤੇ ਇਹ ਤੇ ਬੇਸਿਕ ਰਾਈਟਸ ਹੁੰਦੇ ਨੇ। ਅਦਰ ਦੈਨ ਦੈਟ ਇਸ ਤੋਂ ਇਲਾਵਾ ਅਗਰ ਕਿਸੇ ਦੀ EMPLOYER ਨੇ, ਮਾਲਕ ਨੇ ਉਹਨਾਂ ਨੂੰ ਕੰਮ ਤੋਂ ਫਾਰਗ ਕਰ ਦਿੱਤਾ ਹੈ ਜਿਹਦੇ ਵਿੱਚ ਉਹ ਸਮਝਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਕਈ ਦਫਾ ਹੁੰਦਾ ਕਿ ਕੰਮ ਸ਼ਾਰਟ ਹੁੰਦਾ ਹੈ, ਕਈ ਦਫਾ ਹੁੰਦਾ ਕੋਈ ਮਿਸਟੇਕ ਹੋ ਗਈ, ਤੁਹਾਡਾ EMPLOYER ਨੇ ਤੁਹਾਨੂੰ ਫਾਇਰ ਕਰ ਦਿੱਤਾ ਰਾਈਟ ਅਵੇ ਔਰ ਤੁਹਾਨੂੰ ਕੋਈ ਸੈਲਰੀ ਵਗੈਰਾ ਨਹੀਂ ਦਿੱਤੀ ਹੈ, ਜਾਂ ਕੋਈ ਤੁਹਾਡੇ ਵਰਕ ਪਲੇਸ ਦੇ ਉੱਤੇ ਕੋਈ ਤੁਹਾਨੂੰ ਇੰਜਰੀ ਹੋ ਗਈ ਹੈ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਤੁਹਾਨੂੰ ਉਹਨਾਂ ਨੇ ਬਿਲਕੁਲ ਛੱਡ ਦਿੱਤਾ ਹੈ, ਤੁਸੀਂ ਆਪੇ ਜਾ ਕੇ ਆਪਣੇ ਟਰੀਟਮੈਂਟ ਕਰਾਓ, ਜਾਂ ਕੋਈ ਲੌਂਗ ਟਰਮ ਡਿਸੇਬਿਲਿਟੀ ਹੋ ਗਈ, ਕੰਮ
ਕੰਮ ਦੇ ਉੱਤੇ ਤੁਹਾਨੂੰ ਕੋਈ ਐਸਾ ਹੋਇਆ ਕਿ ਜਿਹਦੇ ਨਾਲ ਤੁਹਾਡੀ ਕੋਈ ਲੌਂਗ ਟਰਮ ਵਾਸਤੇ ਤੁਹਾਨੂੰ ਛੁੱਟੀ ਲੈਣੀ ਪੜ ਗਈ ਹੈ ਤੇ ਤੁਹਾਨੂੰ ਇੰਪਲੋਇਰ ਤੁਹਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ ਤੇ ਇਹਨਾਂ ਸਾਰੇ ਮਾਮਲਾਤ ਵਿੱਚ ਅਸੀਂ ਉਹਨਾਂ ਦੇ ਨਾਲ ਹੈਲਪ ਕਰਨੀ ਹੈ ਜੈਸੇ EI ਵਾਸਤੇ ਇੰਪਲੋਇਮੈਂਟ ਇੰਸ਼ੋਰੈਂਸ ਜਿਹੜਾ ਤੇ ਇੱਕ ਇਹ ਤੇ ਬੇਸਿਕ ਹਰ ਅਲਬਰਟਾ EMPLOYEE ਵਿੱਚ ਬਲਕਿ ਆਲ ਓਵਰ ਕੈਨੇਡਾ ਜਿੰਨੇ ਵੀ ਲੋਕ ਕੰਮ ਕਰਦੇ ਨੇ ਅਗਰ ਉਹ ਪੇਰੋਲ ਦੇ ਉੱਤੇ ਨੇ ਤੇ ਉਹਨਾਂ ਦੀ EI ਦੀ ਡਿਡਕਸ਼ਨ ਹੁੰਦੀ ਹੈ ਔਰ ਕੈਨੇਡਾ ਪੈਨਸ਼ਨ ਪਲਾਨ ਦੀ ਡਿਡਕਸ਼ਨ ਹੁੰਦੀ ਹੈ ਤੇ ਅਗਰ ਉਹਨਾਂ ਨੇ ਪੇਰੋਲ ਤੇ ਕੰਮ ਕੀਤਾ ਹੈ ਔਰ ਕੰਟਰੀਬਿਊਟ ਕੀਤਾ ਹੈ EI ਦੇ ਉੱਪਰ ਤੇ ਫਿਰ ਅਸੀਂ ਉਹਨਾਂ ਦੇ ਵਾਸਤੇ ਸਪੋਰਟ ਕਰ ਸਕਦੇ ਹਾਂ ਉਹਨਾਂ ਵਾਸਤੇ ਫਾਈਟ ਕਰ ਸਕਦੇ ਹਾਂ EI ਦੀ ਇਨ ਕੇਸ ਕਿ ਉਹਨਾਂ ਦੀ ਜੌਬ ਖਤਮ ਹੋ ਗਈ ਹੈ ਲੇ ਆਫ ਹੋ ਗਿਆ ਹੈ ਟਰਮੀਨੇਸ਼ਨ ਹੋ ਗਿਆ ਹੋਇਆ ਹੈ ਜਾਂ ਉਹਨਾਂ ਦੀ ਕੋਈ ਸਿਕਨੈਸ ਹੋ ਗਈ ਹੈ ਕੰਮ ਦੇ ਉੱਤੇ ਕੰਮ ਕਰ ਰਹੇ ਸੀ ਕੋਈ ਮੈਂਟਲ ਸਟ੍ਰੈਸ ਹੈ ਉਹਦੇ ਵਾਸਤੇ EI ਸਿਕਨੈਸ ਵਾਸਤੇ ਵੀ ਅਪਲਾਈ ਕਰ ਸਕਦੇ ਹਾਂ ਇਸ ਤੋਂ ਇਲਾਵਾ ਅਗਰ ਉਹਨਾਂ ਦੀ ਜੈਸੇ ਮੈंने ਕਿਹਾ ਕਿ ਵਰਕ ਪਲੇਸ ਤੇ ਕੰਮ ਕਰਦੇ ਹਨ ਜਿਵੇਂ ਕਈ ਦਫਾ ਲੋਕ ਫੋਕ ਲਿਫਟ ਤੇ ਹੈਵੀ ਡਿਊਟੀ ਇਕਵਿਪਮੈਂਟਸ ਨਾਲ ਕੰਮ ਕਰ ਰਹੇ ਹੁੰਦੇ ਨੇ ਕੋਈ ਇੰਜਰੀ ਹੋ ਜਾਏ ਕੋਈ ਵੇਅਰ ਹਾਊਸ 'ਚ ਕੰਮ ਕਰ ਰਹੇ ਇੰਜਰੀ ਹੋ ਗਈ ਹੈ ਤਾਂ ਵਰਕਰਸ ਕੰਪਨਸੇਸ਼ਨ ਬੋਰਡ ਦਾ ਕਲੇਮ ਹੁੰਦਾ ਹੈ ਹਾਂ WCB ਦਾ ਕਲੇਮ ਹੁੰਦਾ ਉਹਦੇ ਵਿੱਚ ਅਸੀਂ ਸਪੋਰਟ ਕਰਨੇ ਅਗਰ ਸਾਡੇ ਕੋਲ ਰਾਈਟ ਅਵੇ ਆ ਜਾਣ ਅਸੀਂ ਉਹਨਾਂ ਦੇ ਬਿਹਾਫ ਤੇ ਕਲੇਮ ਫਾਈਲ ਕਰਕੇ ਤੇ ਅਸੀਂ WCB ਨਾਲ ਕਮਿਊਨੀਕੇਟ ਕਰਨੇ ਆ ਅਗਰ ਉਹਨਾਂ ਨੇ ਕਲੇਮ ਖੁਦ ਫਾਈਲ ਕਰ ਦਿੱਤਾ ਹੈ ਸਮਟਾਈਮਸ ਸਪੈਸ਼ਲੀ ਮੇਰੀ ਆਪਣੀ ਪੰਜਾਬੀ ਕਮਿਊਨਿਟੀ ਦੇ ਕਲਾਇੰਟਸ ਨੂੰ ਕਮਿਊਨੀਕੇਸ਼ਨ ਔਰ ਉਹਦੇ ਨਾਲ ਅੱਗੋਂ ਫੋਲੋ ਅਪ ਕਰਨਾ ਬੜਾ ਉਹਨਾਂ ਦੇ ਵਾਸਤੇ ਚੈਲੰਜਿੰਗ ਹੁੰਦਾ ਉਹਨਾਂ ਨੂੰ ਪਤਾ ਨਹੀਂ ਹੈ ਕੀ ਕਹਿਣਾ ਹੈ ਔਰ ਕਿਹੜੇ ਰਾਈਟਸ ਹਨ ਨੇ ਕੀ ਚੀਜ਼ਾਂ ਉਹਨਾਂ ਦੇ ਵਾਸਤੇ ਅਵੇਲੇਬਲ ਹੈ ਨੇ ਕੀ ਲੈ ਸਕਦੇ ਨੇ ਉਹਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਸਪੋਰਟ ਕਰਨੇ ਹੁੰਦੇ ਆ ਸਿਮਿਲਰਲੀ ਅਗਰ ਕੋਈ ਪਰਮਾਨੈਂਟ ਡਿਸੇਬਿਲਿਟੀ ਹੋ ਗਈ ਹੈ ਤੇ ਡਿਸੇਬਿਲਿਟੀ ਬੈਨੀਫਿਟਸ ਜਿਵੇਂ ਅਲਬਰਟਾ ਗਵਰਨਮੈਂਟ ਦੀ ਹੈ ਫॉर ਸੀਵੀਅਰਲੀ ਹੈਂਡੀਕੈਪਡ ਉਹਦੇ ਵਿੱਚ ਅਸੀਂ ਅਪਲਾਈ ਹੈਲਪ ਕਰਵਾਉਣੇ ਹੁੰਦੇ ਆ ਉਹਦਾ ਵੀ ਸਾਡਾ ਇੱਕ ਲੰਬਾ ਚੌੜਾ ਪ੍ਰੋਸੈਸ ਹੁੰਦਾ ਅਸੀਂ ਮੈਡੀਕਲ ਟੀਮਸ ਨਾਲ ਪਹਿਲੇ ਕੰਸਲਟ ਕਰੀ ਦੀ ਹੈ ਕਿ ਆਇਆ ਇਹ ਤੁਹਾਡਾ ਪੇਸ਼ੈਂਟ ਜਿਹੜਾ ਹੈ ਇਹ ਬਤਾ ਰਿਹਾ ਕਿ ਇਹਨਾਂ ਦੀ ਇਹ ਮੈਡੀਕਲ ਕੰਡੀਸ਼ਨਸ ਨੇ ਆਰ ਦੇ ਪਰਮਾਨੈਂਟਲੀ ਡਿਸੇਬਲ ਦੁਬਾਰਾ ਕੰਮ ਤੇ ਨਹੀਂ ਜਾ ਸਕਦੇ ਅਗਰ ਉਹ ਐਗਰੀ ਕਰਦੇ ਨੇ ਫਿਰ ਅਸੀਂ ਦੋਨੋਂ ਪਾਰਟੀਜ਼ WRC ਦੀ ਕੇਸ ਵਰਕਰ ਔਰ ਡਾਕਟਰਸ ਦੀ ਟੀਮ ਮਿਲ ਕੇ ਪੂਰਾ ਅਸੀਂ ਉਹਨਾਂ ਦੀ ਐਪਲੀਕੇਸ਼ਨ ਭਰ ਕੇ ਭੇਜਨੇ ਹੁੰਦੇ ਆ ਗਵਰਨਮੈਂਟ ਨੂੰ ਇਸੇ ਤਰ੍ਹਾਂ CPP ਡਿਸੇਬਿਲਿਟੀ ਬੈਨੀਫਿਟ ਫੈਡਰਲ ਗਵਰਨਮੈਂਟ ਦਾ ਬੈਨੀਫਿਟ ਹੁੰਦਾ ਸਰਵਿਸ ਕੈਨੇਡਾ ਦੇ ਥਰੂ ਉਹ ਵੀ ਡਿਸੇਬਿਲਿਟੀ ਵਿੱਚ ਹੀ ਆਉਂਦਾ ਉਹ ਵੀ ਅਸੀਂ ਕਰਨੇ ਹੁੰਦੇ ਆ ਇਸ ਤੋਂ ਇਲਾਵਾ ਅਗਰ ਕੋਈ ਇਹਨਾਂ ਨੂੰ ਵਰਕ ਪਲੇਸ ਤੇ ਹਰੈਸਮੈਂਟ ਹੋ ਰਹੀ ਹੈ ਕਿਸੇ ਵੀ ਕਿਸਮ ਦੀ ਚਾਹੇ ਉਹਨਾਂ ਕਿਸੇ ਵੀ EMPLOYEE ਨੂੰ ਸੈਕਸ਼ੁਅਲੀ ਹਰੈਸ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਆਵਰਸ ਪ੍ਰੋਪਰ ਨਹੀਂ ਦਿੱਤੇ ਜਾ ਰਹੇ ਨੇ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਸਪੋਰਟ ਕਰਨੇ ਆ ਹਿਊਮਨ ਰਾਈਟਸ ਦੀ ਕੰਪਲੇਂਟ ਫਾਈਲ ਕਰਨੇ ਵਾਸਤੇ ਲਾਈਕ ਐਲਬਰਟਾ ਹਿਊਮਨ ਰਾਈਟਸ ਕਿਉਂਕਿ ਲੋਕਾਂ ਨੂੰ ਆਪਣੇ ਰਾਈਟਸ ਦਾ ਪਤਾ ਹੀ ਨਹੀਂ ਹੈ ਕਿਉਂਕਿ ਅਗਰ ਕਈ ਦਫਾ ਸਾਡੀ ਇਮੀਗ੍ਰੈਂਟ ਪਾਪੂਲੇਸ਼ਨ ਨੂੰ ਡਿਸਕ੍ਰਿਮੀਨੇਟ ਕੀਤਾ ਜਾਂਦਾ ਹੈ ਉਹ मैंने ऐसे ऐसे केसेस सुने ने कि जिथे मेरे क्लाइंट्स ਨੂੰ ਸਟ੍ਰੇਟ ਅਵੇ ਕਿਹਾ ਗਿਆ ਉਹ ਤੁਸੀਂ ਦੇਸੀ ਤੇ ਕੰਮ ਹੀ ਨਹੀਂ ਕਰ ਸਕਦੇ ਉਹ ਇੰਡੀਅਨ ਤੇ ਕੰਮ ਕਰਕੇ ਰਾਜ਼ੀ ਨਹੀਂ ਜੀ ਇਹ ਬਹੁਤ ਬੜਾ ਡਿਸਕ੍ਰਿਮੀਨੇਟਰੀ ਕਮੈਂਟ ਹੈ ਤੇ ਇਸ ਦੇ ਉੱਤੇ ਫਿਰ ਅਸੀਂ ਬਹੁਤ ਜ਼ਿਆਦਾ ਫਾਈਟ ਕਰਨੇ ਆ ਆਪਣੇ ਕਲਾਇੰਟਸ ਵਾਸਤੇ ਐਡਵੋਕੇਟ ਕਰਨੇ ਹੁੰਦੇ ਆ ਵੀ ਇਹ ਡਿਸਕ੍ਰਿਮੀਨੇਸ਼ਨ ਹੈ ਵਰਕ ਪਲੇਸ ਦੇ ਉੱਪਰ ਇਸ ਤੋਂ ਇਲਾਵਾ ਅਸੀਂ ਅਗਰ ਕਿਸੇ ਦੇ ਕੋਲ ਕੋਈ ਇਨਕਮ ਨਹੀਂ ਹੈ ਔਰ ਕੋਈ ਉਹਨਾਂ ਦੇ ਬੈਰੀਅਰਸ ਨੇ ਜਿਸ ਤਰ੍ਹਾਂ ਕੋਈ ਪ੍ਰੋਬਲਮ ਜਿਵੇਂ ਉਹਨਾਂ ਦੀ ਲੈਂਗੁਏਜ ਨਹੀਂ ਹੈ ਉਹਨਾਂ ਦੇ ਕੋਲ ਐਸਾ ਸਕਿੱਲ ਨਹੀਂ ਹੈ ਕੰਮ ਨਹੀਂ ਕਰ ਸਕਦੇ ਉਹਨਾਂ ਦੇ ਕੋਲ ਕੋਈ ਔਰ ਸੋਰਸ ਆਫ ਇਨਕਮ ਨਹੀਂ ਹੈ ਅਸੀਂ ਉਹਨਾਂ ਦੇ ਵਾਸਤੇ ਇਨਕਮ ਸਪੋਰਟ ਵੀ ਅਪਲਾਈ ਕਰਨੇ ਆ ਓਕੇ तो ਇਹ ਕੁਝ ਮੇਨ ਬੇਸਿਕ ਚੀਜ਼ਾਂ ਹਨ ਬਾਕੀ 1-on-1 ਅਸੀਂ ਮਤਲਬ ਅਗਰ ਕੋਈ ਵੀ ਕਲਾਇੰਟ ਸਾਡੇ ਕੋਲ ਰੀਚ ਆਊਟ ਕਰੇਗਾ ਅਸੀਂ ਉਸ ਦੀ 1-on-1 ਉਸ ਦੀ ਮੀਟਿੰਗ ਆਪਣੀ ਕੇਸ ਵਰਕਰ ਨਾਲ ਸੈੱਟ ਕਰਕੇ ਪਹਿਲਾਂ ਉਹਦੀ ਸਾਰੀ ਸਟੋਰੀ ਸੁਣੀ ਦੀ ਹੈ ਫਿਰ ਅਸੀਂ ਉਸ ਨੂੰ ਗਾਈਡ ਕਰੀ ਦੀ ਹੈ ਵਾਕ ਥਰੂ ਕਰੀ ਦਾ ਪੂਰੇ ਪ੍ਰੋਸੈਸ ਦੇ ਬਾਰੇ ਵਿੱਚ ਫਿਰ ਅੱਗੇ ਵਿਦ ਕਲਾਇੰਟ ਦੀ ਮਰਜ਼ੀ ਦੇ ਨਾਲ ਕਨਸੈਂਟ ਦੇ ਨਾਲ ਫਿਰ ਅਸੀਂ ਨੈਕਸਟ ਲੈਵਲ ਤੇ ਪ੍ਰੋਸੀਡ ਕਰੀਦਾ ਠੀਕ ਹੈ ਅਸੀਂ ਇਸ ਸੰਬੰਧ ਦੇ ਵਿੱਚ ਗੱਲਬਾਤ ਜ਼ਰੂਰ ਜਾਰੀ ਰੱਖਾਂਗੇ ਆਪਣੇ ਸੁਣਨ ਵਾਲਿਆਂ ਨੂੰ ਅੱਜ ਮੈਂ ਰਿਕੁਐਸਟ ਕਰਦੀ ਹਾਂ ਜੇ ਤੁਹਾਡਾ ਕੰਸਰਨ ਹੋਵੇ ਇਹ ਕੁਐਸਚਨ ਹੋਵੇ ਤੁਸੀਂ ਅੱਜ ਸਾਨੂੰ ਟੈਕਸਟ ਮੈਸੇਜ ਸੇਫਲੀ ਸੈਂਡ ਕਰ ਸਕਦੇ ਹੋ 4032861067 ਤੇ ਡਿਪੈਂਡਿੰਗ ਕਿ ਤੁਹਾਡਾ ਕੰਸਰਨ ਕਿਹੋ ਜਿਹਾ ਮੈਂ ਇਹਨਾਂ ਨਾਲ ਸਾਂਝਾ ਕਰਾਂਗੀ ਤੇ ਇਹ ਆਪਣੇ ਜਿਹੜੀਆਂ ਇਹਨਾਂ ਦੇ ਵਰਕਰਸ ਰਿਸੋਰਸ ਸੈਂਟਰ ਦੇ ਤਹਿਤ ਆਉਂਦੀਆਂ ਕੁਝ ਅਜਿਹੀਆਂ ਢਿੱਲਾਂ ਨੇ ਜਾਂ ਕਹਿ ਲਓ ਕਿ ਜਿਹੜੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਸ ਪੱਧਰ ਤਾਈਂ ਉਹ ਕਰ ਸਕਦੇ ਨੇ ਤੁਹਾਡੀ ਮਦਦ ਉਹਦੇ ਬਾਰੇ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰ ਦੇਣਗੇ ਡੀਟੇਲ ਤੇ ਜਿਵੇਂ ਸਾਨੂੰ ਰੂਬੀਨਾ ਜੀ ਨੇ ਕਿਹਾ ਕਿ ਕੇਸ ਟੂ ਕੇਸ ਡਿਫਰੈਂਟ ਹੁੰਦੇ ਆ ਤੇ ਫਰਕ ਪੈਂਦਾ ਹੈ ਕਈ ਵਾਰੀ ਬਹਿ ਕੇ ਗੱਲਬਾਤ ਕਰਨੀ 1-on-1 ਜ਼ਿਆਦਾ ਲਾਹੇਵੰਦ ਹੁੰਦੀ ਹੈ ਵੈਲ 4032861067 ਨੰਬਰ ਹੈ 4032861067 ਯੂ ਸੈਡ the services are for free, so I just wanted to make it clear for our listeners, are these actually covered when we like listeners who want to be in touch with you and they ask okay I need to apply for EI and I'm not very sure how to do it, can you help me? So is it covered? It's completely covered. We're a charity, so
the objective is that we offer free services to people to navigate benefits or complaint processes that are offered through the government. They could do it alone, Yeah. or they could contact us and have one of our expert caseworkers like Rubina take them through it step by step, ensuring that everything's done properly. Yeah. And yes, it's completely free. We want it to be as barrier free as possible. That is sweet. Thank you. ਰੂਬੀਨਾ ਜੀ ਫਿਰ ਕਲੀਅਰ ਕਰ ਹੀ ਲਿਆ ਕਿ ਜੇ ਕੋਈ ਕਹਿੰਦਾ ਸਾਡੇ ਫਾਰਮ ਭਰਨੇ ਮੈਨੂੰ ਨਹੀਂ ਪਤਾ, ਬਹੁਤ ਤੁਹਾਡੇ ਕੋਲ ਇਦਾਂ ਦੇ ਆਉਂਦੇ ਹੋਣੇ ਹੈ ਨਾ ਕਿ ਉਹ ਤੁਹਾਡੇ ਕੋਲੋਂ ਫ੍ਰੀ 'ਚ ਉਹ ਕੰਮ ਕਰਵਾ ਸਕਦੇ ਆ। ਨਹੀਂ ਤੇ ਕਈ ਲੋਕ, ਮੈਂ ਸਿੱਧੀ ਭਾਸ਼ਾ 'ਚ ਕਹਾਂ ਕਿ ਕਈ ਲੁੱਟਦੇ ਆ, ਲੈ $20 ਦਿਓ ਸਾਨੂੰ, ਤੁਹਾਡੇ ਫਾਰਮ ਭਰ ਦਿੰਨੇ ਆ ਅਸੀਂ। ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਲਾਸਟ ਵੀਕ ਹੀ ਮੈंने ਇੱਕ ਕਲਾਇੰਟ ਦੀ EI ਕੀਤੀ ਤੇ ਪਹਿਲੇ ਤਾਂ ਉਹਨਾਂ ਨੂੰ ਬੜਾ ਟਾਈਮ ਲੱਗਾ ਮੇਰੇ ਤੱਕ ਪਹੁੰਚਦੇ ਦਾ ਕਿ ਜੀ ਮੈਨੂੰ ਕਾਫੀ ਜਗ੍ਹਾ ਤੋਂ ਤੁਹਾਡਾ ਸੁਣਿਆ ਸੀ ਲੇਕਿਨ ਤੁਹਾਡੀ ਕੰਟੈਕਟ ਇਨਫੋਰਮੇਸ਼ਨ ਨਹੀਂ ਸੀ ਮਿਲ ਰਹੀ। ਫਿਰ ਉਹਨਾਂ ਨੇ ਜੈਨੇਸਿਸ ਤੋਂ ਮੇਰਾ ਬਿਜ਼ਨਸ ਕਾਰਡ ਲੈ ਕੇ ਮੈਨੂੰ ਕਾਲ ਕੀਤੀ, ਮੈंने ਅਪਾਇੰਟਮੈਂਟ ਦਿੱਤੀ। EI ਕਰਨੇ ਤੋਂ ਬਾਅਦ ਉਹ ਪਰਸ ਖੋਲਣਾ ਸ਼ੁਰੂ ਹੋ ਗਏ, ਮੈਂ ਕੀ ਲੱਭ ਰਹੇ ਹੋ ਤੇ ਕਰਦੇ ਨੇ ਤੁਹਾਡੀ ਪੇਮੈਂਟ ਕਿੰਨੀ ਬਣੀ ਹੈ, ਤੇ ਮੈਂ ਹੱਸਣਾ ਸ਼ੁਰੂ ਹੋ ਗਈ। ਮੈਂ ਕਿਹਾ ਸਾਡੀ ਸਰਵਿਸਿਜ਼ ਬਿਲਕੁਲ ਫ੍ਰੀ ਆਫ ਕਾਸਟ ਨੇ। ਤੇ ਉਹ ਕਹਿੰਦੇ ਨੇ ਜੀ ਅਸੀਂ ਅੱਜ ਕਿਸੇ ਕੋਲ ਇੱਕ ਲੈਟਰ ਵੀ ਲਿਖਵਾਉਣਾ ਹੋਵੇ ਤੇ $50 ਤੋਂ ਘੱਟ ਕੋਈ ਨਹੀਂ ਕਰਕੇ ਦਿੰਦਾ। ਤੇ ਮੈਂ ਕਿਹਾ ਨਹੀਂ ਐਸੀ ਕੋਈ ਗੱਲ ਨਹੀਂ, ਵਰਕਰਸ ਰਿਸੋਰਸ ਸੈਂਟਰ ਇੱਕ ਨॉन ਪ੍ਰੋਫਿਟ ਹੈ, ਇੱਕ NGO ਹੈ ਤੇ ਸਾਡਾ ਮਕਸਦ ਬੇਸਿਕਲੀ ਇਹੀ ਹੈ ਕਿ ਜਿਤਨੇ ਵੀ ਸਾਡੀ ਆਪਣੀ ਪਾਪੂਲੇਸ਼ਨ ਹੈ, ਜਿਤਨੇ ਵੀ ਇਮੀਗ੍ਰੈਂਟਸ ਹੈ ਨੇ, ਉਹਨਾਂ ਨੂੰ ਫ੍ਰੀ ਆਫ ਕਾਸਟ ਸਰਵਿਸਿਜ਼ ਦੇ। ਇਹਦੇ ਵਿੱਚ ਕਈ ਦਫਾ ਸਾਨੂੰ ਇੱਕ ਕਲਾਇੰਟ ਦੇ ਨਾਲ 4-4 ਘੰਟੇ ਵੀ ਮੈंने ਲਾਏ ਨੇ। 4-4 ਘੰਟੇ ਲੈ ਕੇ ਇਹਦੇ ਵਿੱਚ ਅਸੀਂ ਸਰਵਿਸ ਕੈਨੇਡਾ ਨੂੰ ਕਾਲ ਕਰਨੀ ਹੈ, CRA ਨੂੰ ਕਾਲ ਕਰਨੀ ਹੈ, ਅਸੀਂ ਜਿਤਨੇ ਵੀ ਇਹਦੇ ਵਿੱਚ ਫੈਡਰਲ ਗਵਰਨਮੈਂਟ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਇਨਵੋਲਵਮੈਂਟ ਹੋਏਗੀ ਉਹਨਾਂ ਸਾਰਿਆਂ ਨਾਲ ਕਾਲ ਕਰਕੇ ਆਪਣੀ ਟਰਾਈ ਮੈਕਸਿਮਮ ਕਰਨੀ ਹੈ ਕਿ ਮੈਟਰ ਫਸਟ ਸਿਟਿੰਗ ਵਿੱਚ ਸਾਡਾ ਸੋਲਵ ਹੋ ਜਾਏ। ਅਗਰ ਨਹੀਂ ਵੀ ਹੁੰਦਾ ਅਸੀਂ ਫੋਲੋ ਅਪ ਅਪਾਇੰਟਮੈਂਟ ਸੈਟਅਪ ਕਰ ਲੈਂਦੇ ਹੁੰਦੇ ਆ। ਤੇ ਸਾਡੀ ਸਰਵਿਸਿਜ਼ 100% ਫ੍ਰੀ ਨੇ, ਇਹਦਾ ਕੋਈ ਕਾਸਟ ਨਹੀਂ ਹੈ। ਠੀਕ ਹੈ। ਆਮ ਸ਼ੋਰ ਕਿ ਲੋਕੀ ਚਾਹੁੰਦੇ ਹੋਣਗੇ ਕਿ ਸਾਨੂੰ ਦੱਸ ਦਿਓ ਕਿ ਕਿਵੇਂ ਕੰਟੈਕਟ ਕਰਨਾ। ਨਾਲੋਂ ਨਾਲ ਅਸੀਂ ਦੱਸਦੇ ਵੀ ਜਾਈਏ ਕਿ ਜੇ ਰੂਬੀਨਾ ਜੀ ਤੁਹਾਡੇ ਨਾਲ ਅਪਾਇੰਟਮੈਂਟ ਸੈੱਟ ਕਰਨੀ ਹੋਵੇ ਜਾਂ ਵਰਕਰਸ ਰਿਸੋਰਸ ਸੈਂਟਰ ਨੂੰ ਹੋਰ ਵੀ ਤੁਹਾਡੇ ਵਾਂਗ ਕੇਸ ਵਰਕਰਸ ਹੋਣਗੇ, ਸੋ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ? ਜੀ ਸਭ ਤੋਂ ਆਸਾਨ ਹੈ ਵਰਕਰਸ ਰਿਸੋਰਸ ਸੈਂਟਰ ਦੀ ਵੈਬਸਾਈਟ ਤੇ ਜਾ ਕੇ, ਉੱਥੇ ਬਲੂ ਬਟਨ ਹੈ ਗੈਟ ਹੈਲਪ ਦਾ। ਉੱਥੇ ਗੈਟ ਹੈਲਪ ਤੇ ਜਾਓਗੇ ਤਾਂ ਉਹ ਕੁਐਸਚਨਸ ਪ੍ਰੋਂਪਟ ਕਰਨਗੇ। ਉਹਨਾਂ ਕੁਐਸਚਨ ਦਾ ਤੁਸੀਂ ਆਨਸਰ ਕਰਦੇ ਜਾਓਗੇ ਤਾਂ ਅੱਗੇ ਸਿੱਧਾ ਪਹੁੰਚ ਜਾਏਗਾ ਸਾਡੀ ਇਨਟੇਕ ਵਰਕਰ ਨੇ। ਉਹਨਾਂ ਦਾ ਨਾਂ ਚੀਨੀ ਹੈ। ਚੀਨੀ ਸਾਡੀ ਇਨਟੇਕ ਵਰਕਰ ਨੇ। ਉਹਨਾਂ ਦੇ ਕੋਲ ਰਾਈਟ ਅਵੇ ਸਾਰਾ ਤੁਹਾਡਾ ਫਾਰਮ ਪਹੁੰਚ ਜਾਏਗਾ। ਉਹਨਾਂ ਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਮਿਲ ਜਾਏਗੀ ਤੁਸੀਂ ਤੁਹਾਡਾ ਕੁਐਸਚਨ ਦੀ ਕੀ ਟਾਈਪ ਹੈ, ਤੁਸੀਂ ਕਿਸ ਕਿਸਮ ਦੀ ਹੈਲਪ ਲੈਂਦੇ ਹੋ। ਫਿਰ ਚੀਨੀ ਤੁਹਾਨੂੰ ਕਾਲ ਬੈਕ ਕਰਕੇ ਸਾਰੀ ਇਨਫੋਰਮੇਸ਼ਨ ਕਲੈਕਟ ਕਰਕੇ ਉਸ ਤੋਂ ਬਾਅਦ ਤੁਹਾਡੀ ਕਿਸੇ ਵੀ, ਸਾਡੇ ਕੋਲ 6 ਕੇਸ ਵਰਕਰਸ ਨੇ, ਕਿਸੇ ਵੀ ਕੇਸ ਵਰਕਰ ਨਾਲ ਤੁਹਾਡੀ ਅਪਾਇੰਟਮੈਂਟ ਕਰੇਗੀ। ਅਗਰ ਤੁਹਾਡੀ ਪ੍ਰੈਫਰੈਂਸ ਪੰਜਾਬੀ ਹੈ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਜੀ ਮੇਰੀ ਪੰਜਾਬੀ ਵਰਕਰ ਦੇ ਨਾਲ ਅਪਾਇੰਟਮੈਂਟ ਕਰੋ, ਮੈਨੂੰ ਲੈਂਗੁਏਜ ਦਾ ਪ੍ਰੋਬਲਮ ਹੈ, ਤਾਂ ਉਹ ਫਿਰ ਤੁਹਾਡੀ ਅਪਾਇੰਟਮੈਂਟ ਮੇਰੇ ਨਾਲ ਬੁੱਕ ਕਰ ਦੇਣਗੇ। ਠੀਕ। ਤੇ ਮੈਂ ਇਹ ਵੀ ਦੇਖਿਆ ਕਿ ਆਪਣੀ ਕਮਿਊਨਿਟੀ ਵਿੱਚ ਲੋਕਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਕਿ ਆਨਲਾਈਨ ਜਾ ਕੇ ਉਹ ਸਰਵੇ ਫਿਲ ਕਰਨੇ ਵਾਸਤੇ ਵੀ। ਤੇ ਮੈਂ ਰეკਮੈਂਡ ਮੈਂ ਬੜੀ ਇਸ ਚੀਜ਼ ਵਿੱਚ ਫਲੈਕਸੀਬਲ ਹਾਂ। ਹਾਲਾਂਕਿ ਮੇਰਾ ਕੇਸ ਲੋਡ ਬਹੁਤ ਜ਼ਿਆਦਾ ਹੁੰਦਾ ਲੇਕਿਨ ਫਿਰ ਵੀ ਮੇਰਾ ਏਮ ਹੈ ਕਿ ਆਪਣੇ ਲੋਕਾਂ ਜਿਤਨੀ ਪੋਸੀਬਲੀ ਹੈਲਪ ਕਰ ਸਕਾਂ। ਤੇ ਮੈਂ ਆਪਣਾ ਫੋਨ ਨੰਬਰ ਵੀ ਪ੍ਰੋਵਾਈਡ ਕਰ ਦਿੰਦੀ ਹੁੰਦੀ ਹਾਂ। ਮੋਸਟਲੀ ਲਿਖਣਾ ਚਾਹਣ ਲਿਸਨਰ ਤਾਂ ਲਿਖ ਸਕਦੇ ਨੇ। ਮੇਰਾ ਡਾਇਰੈਕਟ ਫੋਨ ਨੰਬਰ ਹੈ 5873282793 ਤੇ ਇਸ ਤੇ ਕਾਲ ਕਰਕੇ ਤੇ ਤੁਸੀਂ ਆਪਣਾ ਮੈਸੇਜ ਛੋੜ ਸਕਦੇ ਹੋ। ਫਿਰ ਮੈਂ ਤੁਹਾਨੂੰ ਕਾਲ ਬੈਕ ਕਰਕੇ ਤੁਹਾਡਾ ਇਨਟੇਕ ਕਰਕੇ ਤੇ ਅਪਾਇੰਟਮੈਂਟ ਵੀ ਕਰ ਲੈਂਦੇ ਆ। ਜੀ ਜੇਕਰ ਮਿਸ ਹੋ ਗਿਆ ਨੰਬਰ ਕੋਈ ਗੱਲ ਨਹੀਂ, ਸੁਣਨ ਵਾਲੇ ਨੂੰ ਮੈਂ ਬੇਨਤੀ ਕਰਦੀ ਹਾਂ ਥੋੜੀ ਦੇਰ 'ਚ ਅਸੀਂ ਫਿਰ ਰੂਬੀਨਾ ਜੀ ਦਾ ਨੰਬਰ ਸ਼ੇਅਰ ਕਰਾਂਗੇ। ਰੂਬੀਨਾ ਜੀ, ਇੱਕ ਕੰਸਰਨ ਜਿਹੜਾ ਵੱਡਾ ਹੁੰਦਾ ਆਪਣੇ ਕਮਿਊਨਿਟੀ ਮੈਂਬਰਸ ਨੂੰ ਕਿ ਕੰਮ ਤੋਂ ਜੇ ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ ਜਾਂ ਕੁਝ ਹੋਰ ਮੈਟਰਨਿਟੀ ਲੀਵ 'ਤੇ ਜਾਣਾ, EI ਅਪਲਾਈ ਕਰਨੀ। ਹੁਣ ਉਹ ਨਵੇਂ ਇਮੀਗ੍ਰੈਂਟ ਸੀਗੇ, 2 ਸਾਲ ਪਹਿਲਾਂ ਆਏ ਸੀ, ਪਹਿਲਾ ਬੇਬੀ ਉਹਨਾਂ ਦੇ ਹੋਣ ਵਾਲਾ, ਨਹੀਂ ਪਤਾ। ਵੈਸੇ ਤਾਂ ਚਲੋ ਜੇ ਅਸੀਂ ਸਾਰਾ ਕੁਝ ਆਨਲਾਈਨ ਐਕਸੈਸ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ, ਬਟ ਸਟਿਲ ਦੇਰ ਆਰ people, there are women, there are families ਜਿਨ੍ਹਾਂ ਨੂੰ ਨਹੀਂ ਪਤਾ। ਸੋ ਪਹਿਲਾਂ ਤਾਂ ਬੇਸਿਕਲੀ ਸਾਨੂੰ EI ਦੇ ਬਾਰੇ ਦੱਸੋ, ਕਿਸ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਫਿਰ ਤੁਸੀਂ ਇਹਨੂੰ ਅਪਲਾਈ ਕਰਨ 'ਚ ਵੀ ਹੈਲਪ ਕਰਦੇ ਹੋ। ਠੀਕ, ਬਿਲਕੁਲ ਜੀ। ਤੇ EI ਜਿਵੇਂ ਮੈंने ਪਹਿਲੇ ਕਿਹਾ ਕਿ ਇੱਕ ਅਗਰ ਤੇ ਤੁਸੀਂ ਪੇਰੋਲ ਦੇ ਉੱਪਰ ਹੋ, ਕੈਸ਼ ਤੇ ਨਹੀਂ ਕੰਮ ਕਰ ਰਹੇ, ਪੇਰੋਲ ਤੇ ਹੋ, ਤੇ ਡੈਫੀਨੇਟਲੀ ਤੁਹਾਡੀ ਹਰ ਪੇ ਸਟੱਬ ਦੇ ਉੱਤੇ ਕੋਈ ਤੁਸੀਂ ਗੌਰ ਨਾਲ ਅੱਜ ਦੇਖੋ ਆਪਣੀ ਪੇ ਸਟੱਬ, ਉਹਦੇ ਤੇ ਡਿਡਕਸ਼ਨ ਹੋਈ ਹੁੰਦੀ ਹੈ EI ਔਰ CPP, ਜਿਹੜੀ ਤੁਹਾਡੀ ਆਪਣੀ ਹੀ ਇਨਕਮ ਵਿੱਚੋਂ ਡਿਡਕਟ ਹੋਈ ਹੁੰਦੀ ਹੈ। ਹੁਣ EI ਡਿਫਰੈਂਟ ਟਾਈਪਸ ਦੀਆਂ ਹੁੰਦੀਆਂ ਨੇ। ਇੱਕ ਤੇ ਜਿਹੜੀ ਬੇਸਿਕ ਉਹਨਾਂ ਦੀ EI ਹੈ, ਜਿਹੜਾ ਉਹ ਕਹਿੰਦੇ ਹੁੰਦੇ ਨੇ ਕਿ ਜੀ ਇਹ ਹਰ ਕੋਈ ਇਸ ਵਿੱਚ ਮੋਸਟ ਲਾਈਕਲੀ ਸਪੈਸ਼ਲ ਬੈਨੀਫਿਟ ਸਰਵਿਸ ਕੈਨੇਡਾ ਕਹਿੰਦਾ ਹੈ। ਇਹ ਹੈ ਮੈਟਰਨਿਟੀ, ਸਿਕਨੈਸ, ਪੈਰੈਂਟਲ ਬੈਨੀਫਿਟਸ। ਓਕੇ।
ਤੇ ਇਹਦੇ ਵਿੱਚ ਬੇਸਿਕਲੀ ਅਗਰ ਤੁਸੀਂ ਲੈਟਸ ਸੇ ਕਿ ਅਗਰ ਇੱਕ ਫੀਮੇਲ ਸਾਡੀ ਕਲਾਇੰਟ ਹੈ ਉਹ ਪ੍ਰੈਗਨੈਂਟ ਨੇ ਲੈਟਸ ਸੇ 6 ਮੰਥਸ ਦੀ ਪ੍ਰੈਗਨੈਂਟ ਨੇ ਤੇ ਪ੍ਰੈਫਰੇਬਲੀ ਕਹਿੰਦੇ ਨੇ ਕਿ ਤੁਸੀਂ ਮੈਟਰਨਿਟੀ ਉਦੋਂ ਨੇ ਅਪਲਾਈ ਕਰਨੀ ਹੈ ਜਦੋਂ ਤੁਹਾਡੀ ਬੇਬੀ ਦੀ ਡਿਊ ਡੇਟ ਦੇ ਕਲੋਜ਼ ਪਹੁੰਚ ਚੁੱਕੇ ਲੈਟਸ ਸੇ 1 ਵੀਕ ਪਹਿਲੇ ਤੁਸੀਂ ਕੰਮ ਸਟਾਪ ਕਰ ਰਹੇ ਹੋ ਤੁਸੀਂ ਆਪਣੀ EI ਮੈਟਰਨਿਟੀ ਅਪਲਾਈ ਕਰ ਦਿਓ ਲੇਕਿਨ ਸਟਾਰਟ ਉਹ ਹੋਏਗੀ ਤੁਹਾਡੀ ਜਿਸ ਦਿਨ ਬੇਬੀ ਦੀ ਡਿਲੀਵਰੀ ਹੋ ਗਈ ਹੈ ਬਟ ਕਈ ਮੇਰੇ ਕੋਲ ਕਲਾਇੰਟਸ ਆਉਂਦੀਆਂ ਨੇ ਕਿ ਜੀ ਸਾਡੀ ਤਬੀਅਤ ਠੀਕ ਨਹੀਂ ਹੈ ਮੈਡੀਕਲੀ ਨੋਟ ਹੁੰਦਾ ਹੈ ਕਿ ਜੀ ਅਜੇ 6 ਮੰਥਸ ਦੀ ਪ੍ਰੈਗਨੈਂਸੀ ਹੈ ਔਰ ਕੰਮ ਤੇ ਨਹੀਂ ਜਾ ਸਕਦੇ ਹੈਵੀ ਵਰਕ ਹੈ ਤੇ ਉਹਦੇ ਵਿੱਚ ਅਸੀਂ ਪਹਿਲੇ ਉਹਨਾਂ ਦੀ ਸਿਕਨੈਸ ਅਪਲਾਈ ਕਰੀ ਦੀ ਹੈ ਔਰ ਸਿਕਨੈਸ ਜਿਹੜੀ ਸਪੈਸ਼ਲ ਬੈਨੀਫਿਟ ਹੈ ਔਰ ਸਿਕਨੈਸ ਤੁਸੀਂ ਅਪ ਟੂ 28 ਵੀਕਸ ਵਾਸਤੇ ਤੁਹਾਡੀ ਗਵਰਨਮੈਂਟ ਅਪਰੂਵ ਕਰ ਸਕਦੀ ਹੈ ਅਗਰ ਤੁਸੀਂ 600 ਘੰਟੇ ਕੰਮ ਕੀਤਾ ਹੈ ਹਾਂ ਰਿਕੁਆਇਰਡ ਆਵਰਸ ਜਿਹੜੇ ਕੰਮ ਦੇ ਕੀਤੇ ਹੋਣੇ ਚਾਹੀਦੇ ਆ ਬਿਲਕੁਲ 600 ਘੰਟੇ ਹੋਣੇ ਚਾਹੀਦੇ ਨੇ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਜ਼ੇਨ 'ਚ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ EI ਅਪਲਾਈ ਕਰਾਂਗੇ ਤੁਹਾਡੇ ਤੇ ਐਗਜ਼ੈਕਟਲੀ 1 ਈਅਰ ਬੈਕ ਦਾ ਕੰਟਰੀਬਿਊਸ਼ਨ ਉਹਨਾਂ ਚੈੱਕ ਕਰਨਾ ਹੈ ਜਿਵੇਂ ਅੱਜ 17 ਮਾਰਚ 2026 ਤੁਸੀਂ ਅੱਜ ਅਪਲਾਈ ਕਰੋ ਤਾਂ 17 ਮਾਰਚ 2025 ਤੋਂ ਲੈ ਕੇ ਅੱਜ ਤੱਕ ਅਗਰ ਤੁਸੀਂ 600 ਘੰਟੇ ਕੰਮ ਕੀਤਾ ਹੋਵੇ ਲਾਸਟ 52 ਵੀਕਸ ਵਿੱਚ 100% you will be eligible for EI. EI ਪਹਿਲੇ ਤਾਂ ਹੁੰਦਾ ਮੈਟਰਨਿਟੀ ਫਿਰ ਉਸ ਤੋਂ ਬਾਅਦ ਰਾਈਟ ਅਵੇ ਪੈਰੈਂਟਲ ਬੈਨੀਫਿਟ ਹੁੰਦਾ ਮੈਟਰਨਿਟੀ 15 ਵੀਕਸ ਦੀ ਹੁੰਦੀ ਹੈ ਔਰ ਫਿਰ ਉਸ ਤੋਂ ਰਾਈਟ ਅਵੇ ਉਸ ਤੋਂ ਬਾਅਦ ਪੈਰੈਂਟਲ ਬੈਨੀਫਿਟ ਸਟਾਰਟ ਹੋ ਜਾਂਦਾ ਹੈ ਪੈਰੈਂਟਲ ਵੀ 2 ਟਾਈਪਸ ਦੇ ਹੁੰਦੇ ਨੇ ਇੱਕ ਹੁੰਦਾ ਰੈਗੂਲਰ ਅਪ ਟੂ 35 ਵੀਕਸ ਇੱਕ ਹੁੰਦਾ ਐਕਸਟੈਂਡਡ ਅਪ ਟੂ 71 ਵੀਕਸ ਲੇਕਿਨ ਉਹਨਾਂ ਵਿੱਚ ਅਮਾਊਂਟ ਸੇਮ ਹੀ ਮਿਲਦਾ ਲੇਕਿਨ ਉਹ ਸਪਰੈਡ ਹੋ ਜਾਂਦਾ ਹੁੰਦਾ ਹੈ ਹੁਣ ਇੱਕ ਸਿਨੈਰੀਓ ਬਣਾਉਣੇ ਇੱਕ ਕਲਾਇੰਟ ਹੈ ਉਹ 6 ਮੰਥਸ ਦੀ ਪ੍ਰੈਗਨੈਂਟ ਨੇ ਔਰ ਅਜੇ ਉਹਨਾਂ ਦੀ ਡਿਲੀਵਰੀ ਵਿੱਚ 3 ਮੰਥਸ ਦਾ ਟਾਈਮ ਹੈ ਲੇਕਿਨ ਕੰਮ ਤੇ ਨਹੀਂ ਜਾ ਸਕਦੇ ਉਹਨਾਂ ਦੀ ਪਹਿਲੇ 3 ਮੰਥਸ ਦੀ ਅਸੀਂ ਇੱਕ ਹੀ ਐਪਲੀਕੇਸ਼ਨ ਮੈਂ ਕਰਾਂਦੀ ਉਹਦੇ ਵਿੱਚ ਪਹਿਲੇ 3 ਮੰਥਸ ਦੀ ਸਿਕਨੈਸ ਹੋਏਗੀ ਫਿਰ ਜਿਸ ਦਿਨ ਬੇਬੀ ਦੀ ਡਿਲੀਵਰੀ ਹੋਏਗੀ ਉਹਨਾਂ ਨੇ ਕਾਲ ਕਰਕੇ ਉਸ ਨੂੰ ਕਨਵਰਟ ਕਰਵਾਉਣਾ ਹੈ ਮੈਟਰਨਿਟੀ ਵਿੱਚ ਮੈਟਰਨਿਟੀ 15 ਵੀਕਸ ਤੋਂ ਬਾਅਦ ਰਾਈਟ ਅਵੇ ਉਹਨਾਂ ਦੀ ਪੈਰੈਂਟਲ ਬੈਨੀਫਿਟ ਸਟਾਰਟ ਹੋ ਜਾਣਗੇ ਇੱਕ ਵਨ ਸਿੰਗਲ ਐਪਲੀਕੇਸ਼ਨ ਵਿੱਚ ਸਾਰਾ ਬੈਨੀਫਿਟ ਉਹਨਾਂ ਨੂੰ ਅਪ ਟੂ 3 ਮੰਥਸ ਦਾ ਉਹਨਾਂ ਦਾ ਸਿਕਨੈਸ ਹੈ 15 ਵੀਕਸ ਦੀ ਉਹਨਾਂ ਦੀ ਮੈਟਰਨਿਟੀ ਹੈ 35 ਵੀਕਸ ਦੀ ਉਹਨਾਂ ਦੀ ਪੈਰੈਂਟਲ ਬੈਨੀਫਿਟ ਹੋਏਗਾ ਤੇ ਡਿਪੈਂਡਿੰਗ ਔਨ ਕਿ ਉਹਨਾਂ ਦੀ ਕੰਟਰੀਬਿਊਸ਼ਨ EI ਦੀ ਕਿਤਨੀ ਹੈ ਮੈਕਸਿਮਮ ਗਵਰਨਮੈਂਟ ਪੇ ਕਰਦੀ ਹੈ 695 ਪਰ ਵੀਕ ਦੈਟ ਇਜ਼ ਦ ਮੈਕਸਿਮਮ ਅਮਾਉਂਟ ਤੇ ਇਸ ਤੋਂ ਡਿਪੈਂਡ ਕਰਦਾ ਅਗਰ ਉਹਨੇ ਥੋੜਾ ਕੰਟਰੀਬਿਊਟ ਕੀਤਾ ਹੈ ਕਿ ਲੋਕਾਂ ਦੀ ਪਾਰਟ ਟਾਈਮ ਜੌਬ ਹੁੰਦੀ ਹੈ ਕੰਮ ਕੰਟਰੀਬਿਊਟ ਕੀਤਾ ਹੁੰਦਾ ਕੋਈ $300 ਦੇ ਐਲੀਜੀਬਲ ਹੁੰਦੇ ਨੇ ਕੋਈ 400 ਦੇ ਐਲੀਜੀਬਲ ਹੁੰਦੇ ਨੇ ਤੇ ਇਹ ਹੈ ਜੀ ਸਪੈਸ਼ਲ ਬੈਨੀਫਿਟਸ ਹੁੰਦੇ ਨੇ ਇਸ ਤੋਂ ਇਲਾਵਾ ਰੈਗੂਲਰ ਬੈਨੀਫਿਟਸ ਨੇ ਜਿਹਦੇ ਵਿੱਚ ਤੁਸੀਂ ਲੇ ਆਫ ਹੋ ਜਾਂਦੇ ਹੋ ਹਾਂ ਇਹ ਵੱਖਰੀ ਤਰ੍ਹਾਂ ਦੀ EI ਹੈ ਇਹ ਡਿਫਰੈਂਟ ਟਾਈਪ ਦੀ EI ਹੈ ਕਿ ਇਹ ਵੀ EMPLOYMENT ਇੰਸ਼ੋਰੈਂਸ ਦੇ ਅੰਦਰ ਹੈ ਇਹ ਵੀ EMPLOYMENT ਇੰਸ਼ੋਰੈਂਸ ਦੇ ਬਿਲਕੁਲ EMPLOYER ਕਹਿੰਦਾ ਜੀ ਕਿ ਮੇਰੇ ਕੋਲ ਕੰਮ ਸਲੋ ਹੈ ਤੇ ਮੈਂ ਆਪਣਾ ਜਿਹੜਾ ਤੁਹਾਨੂੰ ਲੇ ਆਫ ਕਰ ਰਿਹਾ ਉਹਦੇ ਵਿੱਚ ਵੀ ਅਗੇਨ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੋਏਗੀ ਕਿ ਤੁਹਾਡੀ ਕੰਟਰੀਬਿਊਸ਼ਨ 600 ਘੰਟੇ ਹੋਣੇ ਚਾਹੀਦੇ ਨੇ ਓਕੇ ਉਹ ਵੀ ਅਸੀਂ ਕਰਨੇ ਆ ਰੈਗੂਲਰ EI ਇਸ ਤੋਂ ਇਲਾਵਾ ਅਗਰ ਤੁਹਾਡੀ ਟਰਮੀਨੇਸ਼ਨ ਹੈ ਤੁਹਾਡੀ ਕੋਈ ਮਿਸਟੇਕ ਹੋਈ ਹੈ ਜੋ ਕਿ ਤੁਸੀਂ ਮੰਨਦੇ ਹੋ ਕਿ ਤੁਹਾਡੀ ਕੋਈ ਮਿਸਟੇਕ ਨਹੀਂ ਸੀ ਲੇਕਿਨ EMPLOYER ਕਹਿੰਦਾ ਤੁਹਾਡੀ ਮਿਸਟੇਕ ਸੀ ਇਹ ਥੋੜੀ ਸੀ ਕੰਪਲਿਕੇਟਿਡ ਹੁੰਦੀ ਹੈ ਲੇਕਿਨ ਇਹਦੇ ਤੇ ਵੀ ਅਸੀਂ ਫਾਈਟ ਕਰੀਦਾ ਆਪਣੇ ਕਲਾਇੰਟ ਵਾਸਤੇ ਐਡਵੋਕੇਟ ਕਰੀਦਾ ਕਿ ਕਿਉਂ ਬਿਕੋਜ਼ ਕਲਾਇੰਟ ਨੇ EI ਕੰਟਰੀਬਿਊਟ ਕੀਤੀ ਹੋਈ ਹੈ EMPLOYEE ਨੇ ਕੀਤੀ ਹੋਈ ਹੈ ਫਾਲਟ ਉਸਦੇ ਕੋਲ ਹੋਇਆ ਹੈ ਲੇਕਿਨ ਇਹ ਕਿ ਉਸ ਦਾ ਰਾਈਟ ਹੈ ਕਿ ਜਿੰਨੀ ਦੇਰ ਤੱਕ ਉਹਨੂੰ ਜੌਬ ਨਹੀਂ ਮਿਲਦੀ ਆਪਣੀ EI ਵਾਸਤੇ ਉਹ ਸਟਰਗਲ ਕਰੇ ਤਾਂ ਅਸੀਂ ਸਪੋਰਟ ਕਰਨੇ ਆ ਉਹਨਾਂ ਦੀ ਕੰਪਨੀ ਠੀਕ ਇਸ ਤੋਂ ਇਲਾਵਾ ਕੇਅਰ ਗਿਵਰ ਹੁੰਦਾ ਹੈ ਅਗਰ ਕੋਈ ਤੁਹਾਡੀ ਫੈਮਿਲੀ ਵਿੱਚ ਕੋਈ ਐਲਡਰਲੀ ਜਾਂ ਕੋਈ ਵੀ ਫੈਮਿਲੀ ਮੈਂਬਰ ਗੋਡ ਫੋਰਬਿਡ ਸਿਕ ਹੈ ਔਰ ਤੁਸੀਂ ਉਹਨਾਂ ਦੀ ਕੇਅਰ ਕਰਨੇ ਵਾਲਾ ਕੋਈ ਨਹੀਂ ਹੈ ਤਾਂ ਉਹ ਵੀ ਕੇਅਰ ਗਿਵਰ ਦੀ EI ਹੁੰਦੀ ਹੈ ਅਗੇਨ ਰਿਕੁਆਇਰਮੈਂਟ ਉਹੀ ਹੈ 52 ਵੀਕਸ ਵਿੱਚ 600 ਆਵਰਸ ਦੀ ਕੰਟਰੀਬਿਊਸ਼ਨ ਉਹ ਵੀ ਅਸੀਂ ਕਰਨੀ ਆ ਇਹ ਡਿਫਰੈਂਟ ਟਾਈਪਸ ਦੀ EIs ਹੁੰਦੀਆਂ ਨੇ ਤੇ ਰੂਬੀਨਾ ਜੀ ਵੈਸੇ ਤਾਂ ਚਲੋ ਅਪਲਾਈ ਕਰਨ 'ਚ ਤੁਸੀਂ ਹੈਲਪ ਕਰਦੇ ਹੋ ਪਰ ਜਾਣਕਾਰੀ ਲਈ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕਿਸੇ ਵੀ ਤਰ੍ਹਾਂ ਦੀ EI ਤੇ ਤੁਸੀਂ ਲੱਗ ਰਹੇ ਹੋ ਉਹ 55% ਆਫ ਯਰ ਗ੍ਰੋਸ ਆਉਂਦੀ ਹੈ ਬਿਲਕੁਲ ਜੀ 55% ਆਫ ਯਰ ਗ੍ਰੋਸ ਹੁੰਦੀ ਨਵੀਂ ਥਾਂ ਨਵੀਂ ਕੰਟਰੀ 'ਚ ਆ ਕੇ ਕੰਮ ਕਰਨਾ ਐਕਸਾਈਟਿੰਗ ਵੀ ਹੋ ਸਕਦਾ ਤੇ ਉਹਦੇ ਨਾਲ ਕੁਝ ਚੀਜ਼ਾਂ ਦੇ ਬਾਰੇ ਸ਼ਾਇਦ ਸਮਝ ਨਹੀਂ ਹੱਲੇ ਬਣੀ ਹੁੰਦੀ ਤਾਂ ਵੀ ਅਸੀਂ ਪਰ ਪਤਾ ਲੱਗਣ ਲੱਗ ਜਾਂਦਾ ਕਿ ਮੇਰੇ EMPLOYER ਜਾਂ ਮੇਰੇ ਕੋ-ਵਰਕਰਸ ਜਾਂ ਮੇਰੇ ਜਿਹੜੇ ਸੁਪਰਵਾਈਜ਼ਰ ਨੇ ਉਹ ਮੇਰੇ ਨਾਲ ਫੇਅਰ ਟਰੀਟਮੈਂਟ ਨਹੀਂ ਕਰ ਰਹੇ ਕਹਿਣ ਦਾ ਭਾਵ ਕਿ ਮੇਰੇ ਨਾਲ
ਵਿਤਕਰਾ ਕਿਤੇ ਹੋ ਰਿਹਾ ਇਦਾਂ ਦਾ ਮਹਿਸੂਸ ਹੁੰਦਾ? ਵਿਤਕਰਾ ਭੇਦਭਾਵ ਜਿਹੜਾ ਨਾ ਸਿਰਫ ਰੇਸਿਜ਼ਮ ਦੇ ਤੌਰ ਤੇ ਬਲਕਿ ਕੰਮ ਦੀ ਵੰਡਾਈ ਨੂੰ ਲੈ ਕੇ ਕਿ ਕਿੱਦਾਂ ਦਾ ਜ਼ਿਆਦਾ ਕੰਮ ਕਰਨ ਨੂੰ ਕਿਹਾ ਜਾ ਰਿਹਾ, ਦੂਸਰੇ ਵਿਹਲੇ ਬੈਠੇ ਆ, ਕਿਤੇ ਨਾ ਕਿਤੇ ਅਸੀਂ ਇਦਾਂ ਦਾ ਵੀ ਮਹਿਸੂਸ ਕਰਦੇ ਹਾਂ ਕਿ ਇਟਸ ਨਾਟ ਫੇਅਰ ਟੂ ਮੀ। ਸੋ ਇਸ ਕਰਕੇ ਵੀ ਅਸੀਂ ਅਲਬਰਟਾ 'ਚ ਰਹਿੰਦਿਆਂ ਹੋਇਆਂ ਜਾਣ ਸਕੀਏ ਕਿ ਸਾਡੇ ਵਾਸਤੇ ਠੀਕ ਕੀ ਔਰ ਜ਼ਿੰਮੇਵਾਰੀਆਂ ਇੰਪਲੋਇਰ ਦੀਆਂ ਵੀ ਕੀ ਨੇ, ਜਿੱਥੇ ਅਸੀਂ ਆਪਣੀਆਂ ਪੂਰੀਆਂ ਕਰਦੇ ਹਾਂ। ਤਾਂ ਇਸੇ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਰੁਬੀਨਾ ਜੀ, ਹੁਣ ਤੁਹਾਡੀ ਇਜਾਜ਼ਤ ਨਾਲ ਮੈਂ ਟੈਕਸਟ ਮੈਸੇਜਿਸ ਜਿਹੜੇ ਆ ਉਹ ਸਾਂਝੇ ਕਰਦੀ। ਕੁਝ ਕੰਸਰਨ ਸਾਡੇ ਕੋਲ ਮੈਸੇਜਿਸ 'ਚ ਆਏ ਨੇ। ਇਹ ਸਾਡੇ ਲਿਸਨਰ ਉਹਨਾਂ ਨੇ ਦੱਸਿਆ ਕਿ ਉਹ ਡਿਲੀਵਰੀ ਦਾ ਕੰਮ ਕਰਦੇ ਨੇ ਅਤੇ 300 ਤੋਂ ਲੈ ਕੇ 320 ਪਾਰਸਲ ਕਹਿੰਦੇ ਉਹ 10 ਘੰਟੇ ਦੇ ਦੌਰਾਨ ਉਹ ਵੰਡ ਦਿੰਦੇ ਆ, ਡਿਲੀਵਰ ਕਰ ਦਿੰਦੇ ਆ। ਪਰ ਕਹਿੰਦੇ ਉਹਨਾਂ ਦੇ ਡਿਸਪੈਚਰ ਜਾਂ ਓਨਰ ਜਿਹੜੇ ਆ ਉਹ ਕਹਿੰਦੇ ਕਿ ਤੁਹਾਨੂੰ ਜ਼ਿਆਦਾ ਕਰਨੇ ਚਾਹੀਦੇ ਆ, 400 ਹੋਣੇ ਚਾਹੀਦੇ ਆ, ਨਹੀਂ ਹੁੰਦੇ ਪਏ ਤੁਹਾਡੇ ਕੋਲੋਂ ਤਾਂ ਫਿਰ ਕੰਮ ਛੱਡ ਦਿਓ, ਹੋਰ ਕਿਤੇ ਕੰਮ ਲੱਭ ਲਓ। ਕਹਿੰਦੇ ਵੀ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਕੀ ਕੀਤਾ ਜਾ ਰਿਹਾ ਹੈ, ਕੀ ਮੇਰੇ ਨਾਲ ਠੀਕ ਹੋ ਰਿਹਾ ਹੈ, ਵਾਟਸ ਗੋਇੰਗ ਔਨ। ਮੈਂ ਇਸ ਦੇ ਬਾਅਦ ਰਿਕਮੈਂਡ ਕਰਾਂਗੀ ਕਿ ਬਿਹਤਰ ਹੈ ਕਿ ਉਹ ਕਾਲ ਕਰਕੇ ਆਪਣੀ ਅਪਾਇੰਟਮੈਂਟ ਕਰ ਲੈਣ ਸਾਡੇ ਇਨਟੇਕ ਲਾਈਨ ਦੇ ਉੱਤੇ, ਤੇ ਫਿਰ ਅਸੀਂ ਦੇਖ ਲਾਂਗੇ ਕਿਸ ਤਰ੍ਹਾਂ ਉਹਨਾਂ ਨੂੰ ਸਪੋਰਟ ਕਰਾਂਗੇ। ਓਕੇ, ਇਨਟੇਕ ਲਾਈਨ ਜਿਹੜੀ ਹੈ ਗੁਰਵਿੰਦਰ ਹੁਣੀ ਇੱਕ ਵਰਕਰਸ ਰਿਸੋਰਸ ਸੈਂਟਰ ਵੈਬਸਾਈਟ ਤੋਂ ਭਾਵੇਂ ਫਾਰਮ ਫਿਲ ਕਰ ਸਕਦੇ ਆ। ਬਿਲਕੁਲ, ਵਰਕਰਸ ਰਿਸੋਰਸ ਸੈਂਟਰ ਗੂਗਲ ਤੇ ਡਾਲਣ ਤੇ ਉਹਦੇ ਆ ਜਾਸੀ ਦਾ ਮੇਨ ਪੇਜ, ਉਹਦੇ ਉੱਤੇ ਬਲੂ ਬਟਨ ਹੈ ਗੈਟ ਹੈਲਪ ਦਾ। ਉਹਦੇ ਗੈਟ ਹੈਲਪ ਤੇ ਤੁਸੀਂ ਕਲਿੱਕ ਕਰੋਗੇ ਤਾਂ ਅੱਗੇ ਕੁਐਸਚਨਸ ਆਉਂਦੇ ਜਾਣਗੇ, ਉਹ ਕੁਐਸਚਨਸ ਤੁਸੀਂ ਫਿਲ ਕਰਦੇ ਜਾਓ ਤੇ ਨਾਲ ਫਿਰ ਜਦੋਂ ਐਂਡ ਤੇ ਇਨਟੇਕ ਕੰਪਲੀਟ ਹੋ ਜਾਏਗਾ ਫਿਰ ਸਾਡੀ ਇਨਟੇਕ ਸਟਾਫ ਮੈਂਬਰ ਚੀਨੀ ਕਾਲ ਕਰਕੇ ਇਹਨਾਂ ਦੀ ਅਪਾਇੰਟਮੈਂਟ ਕਰਨ ਦੇ। ਓਕੇ, ਮੈਂ ਦੱਸ ਦਿਆਂ ਰੁਬੀਨਾ ਹੁਣਾਂ ਲਈ ਨੰਬਰ, ਤੁਸੀਂ ਇੱਥੇ ਕਾਲ ਕਰਕੇ ਮੈਸੇਜ ਛੱਡ ਦੇਣਾ ਆਪਣਾ ਐਂਡ ਦੇ ਵਿਲ ਗੈਟ ਬੈਕ ਟੂ ਯੂ 5873282793 587 328 2793। ਇੱਕ ਹੋਰ ਮੈਸੇਜ ਜੋਗਾ ਉਹਨਾਂ ਦਾ ਸਾਡੇ ਕੋਲ ਆਇਆ। ਉਹਨਾਂ ਦਾ ਕਹਿਣਾ ਆ ਕਿ ਜੇ EMPLOYEE ਤੋਂ ਗਲਤੀ ਹੋਵੇ, ਕਰਮਚਾਰੀ ਤੋਂ ਗਲਤੀ ਹੋਵੇ ਤਾਂ ਕੰਪਨੀ ਟਰਮੀਨੇਟ ਕਰ ਦੇਵੇ, ਕੀ ਸਾਨੂੰ ਫਿਰ ਸੈਲਰੀ ਮਿਲ ਸਕਦੀ ਹੈ? ਡਿਪੈਂਡ ਕਰਦਾ ਹੈ ਕਿਉਂਕਿ ਕੇਸ ਟੂ ਕੇਸ ਵੈਰੀ ਕਰਦਾ ਹੁੰਦਾ ਤੁਹਾਡਾ ਫਾਲਟ ਕਿਸ ਟਾਈਪ ਦਾ ਹੈ, ਮੇਜਰ ਹੈ ਜਾਂ ਕਿਸ ਤਰ੍ਹਾਂ ਦਾ ਕੋਈ ਉਸ ਦਾ ਕੋਈ ਕ੍ਰਿਮੀਨਲ ਟਾਈਪ ਦਾ ਜਾਂ ਕਿਸ ਟਾਈਪ ਦਾ ਤੁਹਾਡਾ ਫਾਲਟ ਹੈ। ਉਸ ਤੋਂ ਬਾਅਦ ਇਹ ਹੈ ਕਿ ਬਿਹਤਰ ਹੈ ਕਿ ਤੁਸੀਂ ਕਾਲ ਕਰਕੇ ਚੈੱਕ ਕਰ ਲਓ, ਫਿਰ ਡਿਟੇਲ ਵਿੱਚ ਅਸੀਂ ਬੈਠ ਕੇ ਦੱਸ ਸਕਦੇ ਹਾਂ ਕਿ ਕੀ ਕਿਸ ਕਿਸਮ ਦੀ ਸਿਚੁਏਸ਼ਨ ਹੈ। ਔਰ ਅਗਰ ਮੀਨਵਾਈਲ ਇਸ ਦੌਰਾਨ ਤੁਹਾਡੇ ਕੋਲ ਕੋਈ ਅਗਰ ਦੇ ਵਿਦਿਨ ਅ ਪ੍ਰੋਬੇਸ਼ਨ ਪੀਰੀਅਡ 3 ਮੰਥ ਦੇ ਅੰਦਰ ਤੁਹਾਨੂੰ ਟਰਮੀਨੇਟ ਕਰ ਦਿੱਤਾ ਤਾਂ ਉਹਦੇ ਵਿੱਚ ਤੇ ਤੁਹਾਨੂੰ EMPLOYER ਨੇ ਕੁਝ ਨਹੀਂ ਦੇਣਾ, ਬਿਕੋਜ਼ EMPLOYER ਦਾ ਰਾਈਟ ਹੈ ਕਿ 3 ਮੰਥ ਦੇ ਅੰਦਰ ਵਿਦਆਊਟ ਨੋਟਿਸ ਤੁਹਾਨੂੰ ਟਰਮੀਨੇਟ ਕਰ ਸਕਦਾ ਹੈ। ਲੇਕਿਨ ਅਗਰ ਤੁਹਾਡਾ ਪ੍ਰੋਬੇਸ਼ਨ ਖਤਮ ਹੋ ਚੁੱਕਿਆ ਹੈ, ਤੁਹਾਨੂੰ ਟਰਮੀਨੇਟ ਕੀਤਾ ਗਿਆ ਤਾਂ ਉਹਦੇ ਵਿੱਚ ਫਿਰ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਤੁਹਾਨੂੰ ਸਪੋਰਟ ਕਰਵਾ ਸਕਦੇ ਹਾਂ EMPLOYEE ਦੇ ਥਰੂ। ਔਰ ਅਗਰ ਇਨਕਮ ਦੇ ਕੋਈ ਪ੍ਰੋਬਲਮ ਹੈ, ਕੋਈ ਹੋਰ ਤੁਹਾਡੇ ਕੋਲ ਇਨਕਮ ਨਹੀਂ ਹੈ ਔਰ ਜੌਬ ਹੀ ਨਹੀਂ ਲੱਭ ਰਹੀ ਹੋ, ਤੇ ਇਹਦੇ ਵਿੱਚ ਫਿਰ ਹੈ ਕਿ ਅਸੀਂ ਤੁਹਾਨੂੰ ਇਨਕਮ ਸਪੋਰਟ ਸੋਸ਼ਲ ਅਸਿਸਟੈਂਸ ਵਾਸਤੇ ਅਪਲਾਈ ਕਰਵਾ ਸਕਦੇ ਹਾਂ, ਐਜ਼ ਲੌਂਗ ਐਜ਼ ਕਿ ਤੁਸੀਂ ਉਹਦੇ ਵਾਸਤੇ ਵੀ ਐਲੀਜੀਬਲ ਹੋ। ਉਹਦਾ ਵੀ ਕ੍ਰਾਈਟੇਰੀਆ ਹੁੰਦਾ ਹੈ, ਬਿਕੋਜ਼ ਦੇ ਇਹ ਵੀ ਗਵਰਨਮੈਂਟ ਦੀ ਹੀ ਇਨਕਮ ਹੈ ਔਰ ਗਵਰਨਮੈਂਟ ਆਪਣੀ ਸਾਰੀ ਚੈੱਕ ਕਰਨੇ ਤੋਂ ਬਾਅਦ ਅਗਰ ਤੁਹਾਡੇ ਅਕਾਊਂਟ ਵਿੱਚ ਲਾਈਕ 5000 ਰੁਪਇਆ ਤੇ ਤੁਹਾਨੂੰ ਕਿ ਤੁਸੀਂ ਕਦੀ ਵੀ ਐਲੀਜੀਬਲ ਨਹੀਂ ਹੋਗੇ ਇਨਕਮ ਸਪੋਰਟ ਵਾਸਤੇ। ਤੇ ਹੈ ਕਿ ਜੇ ਵਾਕਈ ਤੁਹਾਡੇ ਕੋਲ ਕੋਈ ਮਨੀ ਨਹੀਂ ਹੈ ਰੈਂਟ ਪੇ ਕਰਨੇ ਵਾਸਤੇ ਵੀ ਔਰ ਗਰੋਸਰੀਜ਼ ਵਾਸਤੇ ਵੀ ਔਰ ਕੋਈ ਤੁਹਾਡੀ ਇਨਕਮ ਨਹੀਂ ਹੈ ਤੇ ਤੁਹਾਨੂੰ ਇਨਕਮ ਸਪੋਰਟ ਵਾਸਤੇ ਅਪਲਾਈ ਕਰਵਾ ਸਕਦੇ ਆ। ਓਕੇ ਰੁਬੀਨਾ ਜੀ, ਰੀਆ ਔਰ ਦੀਪਕ ਹੋਣਾ ਵਾਸਤੇ ਤਾਂ ਉਹ ਕੰਟੈਕਟ ਡਿਟੇਲਸ ਜਿਹੜੀਆਂ ਅਸੀਂ ਸਾਂਝੀਆਂ ਕਰ ਹੀ ਦਿੱਤੀਆਂ, ਉਹ ਚਾਹੁੰਦੇ ਸੀ ਕਿ ਕਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਅੱਛਾ, ਟਰਮੀਨੇਸ਼ਨ ਦਾ ਜ਼ਿਕਰ ਹੋਇਆ, ਕੰਮ ਤੋਂ ਕੱਢ ਦਿੱਤੇ ਜਾਣਾ, ਤੁਸੀਂ ਕਿਹਾ ਕਿ ਜਿਹੜਾ 3 ਮਹੀਨੇ ਦਾ ਮੋਸਟਲੀ ਪ੍ਰੋਬੇਸ਼ਨ ਟਾਈਮ ਹੁੰਦਾ ਉਸ ਵੇਲੇ ਤਾਂ EMPLOYER ਕਦੋਂ ਵੀ ਓਕੇ ਟਾਟਾ ਬਾਏ ਬਾਏ ਕਹਿ ਸਕਦੇ ਆ, ਬਿਲਕੁਲ ਜੀ, ਹੈ ਨਾ। ਪਰ ਜਦੋਂ ਤੁਹਾਨੂੰ ਪ੍ਰੋਬੇਸ਼ਨ ਤੋਂ ਬਾਅਦ ਤੁਸੀਂ ਕੁਝ ਮਹੀਨੇ ਕੰਮ ਕਰ ਲਿਆ ਤੇ ਉਹਦੇ 'ਚ ਵੀ ਤੁਹਾਨੂੰ ਕੰਮ ਤੋਂ ਕੱਢਣ ਦੇ ਵੀ ਤੁਹਾਡੇ ਆਪਣੇ ਵੀ ਹੱਕ ਨੇ, ਜੇ EMPLOYER ਨੇ ਕਹਿ ਵੀ ਦਿੱਤਾ, ਜਵਾਬ ਦੇ ਦਿੱਤਾ, ਉਹਦੇ ਬਾਰੇ ਦੱਸੋ ਜੀ। ਅਗਰ ਤੁਸੀਂ 6 ਮੰਥ ਤੋਂ 1 ਈਅਰ ਦਾ ਟਾਈਮ ਤੁਸੀਂ ਕੰਮ ਕੀਤਾ ਹੈ ਤਾਂ ਤੁਹਾਡੇ EMPLOYER ਨੇ ਤੁਹਾਨੂੰ 2 ਵੀਕਸ ਦਾ ਟਰਮੀਨੇਸ਼ਨ ਨੋਟ ਦੇਣਾ ਹੈ, ਨੋਟਿਸ ਜਿਸਨੂੰ ਕਹਿੰਦੇ ਨੇ, ਟਰਮੀਨੇਸ਼ਨ ਨੋਟਿਸ ਦੇਣਾ। ਅੱਛਾ, 2 ਹਫ਼ਤੇ ਪਹਿਲਾਂ 2 ਹਫ਼ਤੇ ਪਹਿਲੇ ਦੱਸਣਾ ਔਰ ਉਹਨਾਂ 2 ਹਫ਼ਤਿਆਂ ਦੀ ਤਾਂ ਉਹਨਾਂ ਨੇ ਤੁਹਾਨੂੰ ਸੈਲਰੀ ਦੇਣੀ ਹੈ। ਲੇਕਿਨ ਦੂਸਰੀ ਸਿਚੁਏਸ਼ਨ ਇਹ ਵੀ ਹੁੰਦੀ ਹੈ ਕਿ ਤੁਹਾਨੂੰ ਰਾਈਟ ਅਵੇ ਟਰਮੀਨੇਟ ਕੀਤਾ ਜਾਵੇ ਵੀ ਤੁਸੀਂ ਅੱਜ ਤੁਹਾਡਾ ਲਾਸਟ ਡੇ ਹੈ ਪਰ ਤੁਹਾਨੂੰ 2 ਵੀਕਸ ਦੀ ਸੈਲਰੀ ਮਿਲ ਜਾਏਗੀ। ਅੱਛਾ, ਟਰਮੀਨੇਸ਼ਨ ਪੇ ਉਸਨ ਕਹਿੰਦੇ ਨੇ। ਓਕੇ, ਇਹ ਹੁੰਦਾ ਹੈ। ਇਹ ਅਗਰ ਤੁਹਾਨੂੰ ਮਿਲ ਗਿਆ, ਅਗਰ ਨਹੀਂ ਮਿਲਿਆ ਤੇ ਫਿਰ ਇਹਦੇ ਵਿੱਚ ਅਸੀਂ ਤੁਹਾਡੇ ਵਾਸਤੇ ਤੁਹਾਨੂੰ ਹੈਲਪ ਕਰ ਸਕਦੇ ਹਾਂ। ਸਾਡਾ ਇੱਕ ਪੂਰਾ ਪ੍ਰੋਸੈਸ ਹੁੰਦਾ ਹੈ, ਉਹਦੇ ਵਿੱਚ ਅਸੀਂ 1-on-1 ਅਗੇਨ ਮੀਟਿੰਗਸ 'ਚ ਬੈਠਨੇ ਆ, ਕਲਾਇੰਟਸ ਨੂੰ ਕਹਿੰਦੇ ਕਿ ਆਪਣੀ ਪੂਰੀ ਪੇ ਸਟੈਪਸ ਵਗੈਰਾ ਲੈ ਕੇ ਅਸੀਂ ਕੈਲਕੂਲੇਟ ਕਰਨੇ ਆ। 95% ਤੇ ਲੋਕਾਂ ਸਾਡਿਆਂ ਨੂੰ
ਨਾ ਤੇ ਉਹਨਾਂ ਨੂੰ ਵੈਕੇਸ਼ਨ ਪੇ ਮਿਲੀ ਹੁੰਦੀ ਹੈ, ਨਾ ਉਹਨਾਂ ਨੂੰ ਓਵਰ ਟਾਈਮ ਮਿਲਿਆ ਹੁੰਦਾ ਹੈ, ਨਾ ਉਹਨਾਂ ਨੂੰ ਪ੍ਰੋਪਰ ਬ੍ਰੇਕਸ ਮਿਲੀਆਂ ਹੁੰਦੀਆਂ ਜਿੰਨਾ ਚਿਰ ਵੀ ਕੰਮ ਕੀਤਾ ਹੁੰਦਾ ਹੈ। ਫਿਰ ਅਸੀਂ ਉਹਨਾਂ ਦੇ ਨਾਲ ਬੈਠ ਕੇ ਸਾਰਾ ਕੁਝ ਕੈਲਕੂਲੇਟ ਕਰਕੇ, ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੀ ਉਹਨਾਂ ਦੇ ਕਿਤਨੀਆਂ ਵੈਕੇਸ਼ਨ ਪੇ ਉਹਨਾਂ ਦੀ ਐਮਪਲੋyer ਨੇ ਉਹਨਾਂ ਨੇ ਨਹੀਂ ਪੇ ਕੀਤੀਆਂ ਅੱਛਾ ਜੀ ਆ। ਉਹ ਫਿਰ ਅਸੀਂ ਸਾਰਾ ਕੈਲਕੂਲੇਟ ਕਰਕੇ ਸਾਡਾ ਸਟੈਪ ਹੁੰਦਾ ਕਿ ਪਹਿਲੇ ਅਸੀਂ EMPLOYER ਨੂੰ ਰੀਚ ਆਊਟ ਕਰਨੇ ਆ। ਅਗੇਨ ਕਲਾਇੰਟ ਦੇ ਕਨਸੈਂਟ ਨਾਲ, ਕਲਾਇੰਟ ਅਗਰ ਸਾਨੂੰ ਸਾਡੇ ਕਨਸੈਂਟ ਫਾਰਮ ਹੁੰਦੇ ਨੇ, ਇਜਾਜ਼ਤਨਾਮੇ ਹੁੰਦੇ ਨੇ, ਉਹਨਾਂ ਤੇ ਸਾਈਨ ਕਰਵਾ ਕੇ ਉਸ ਤੋਂ ਬਾਅਦ ਅਸੀਂ EMPLOYER ਨੂੰ ਰੀਚ ਆਊਟ ਕਰਨੇ ਆ। ਇੱਕ ਉਹਨਾਂ ਨੂੰ ਅਸੀਂ ਰਿਕੁਐਸਟ ਕਰਨੇ ਆ ਕਿ ਇਹ ਸਾਡੇ ਕੋਲ ਕਲਾਇੰਟ ਹੈ, ਇੰਨਾ ਉਸਨੇ ਕੰਮ ਕੀਤਾ ਹੈ, ਲੈਜਿਸਲੇਸ਼ਨ ਦੇ ਥਰੂ ਦੇ ਨਾਲ ਇਤਨੇ ਉਸਦੀ ਸੈਲਰੀ ਉਸਨੂੰ ਦਿੱਤੀ ਗਈ ਹੈ, ਇਤਨੀ ਉਹਦੀ ਬਕਾਇਆ ਰਹਿੰਦੀ ਹੈ, ਤੇ ਤੁਸੀਂ 10 ਡੇਜ਼ ਦਾ ਨੋਟਿਸ ਅਸੀਂ ਤੁਹਾਨੂੰ ਦਿੰਦੇ ਹਾਂ ਵੀ ਤੁਸੀਂ ਉਹਨਾਂ ਨੂੰ ਕੰਪਨਸੇਟ ਕਰੋ, ਉਹਨਾਂ ਨੂੰ ਪੇ ਬੈਕ ਕਰ ਦਿਓ। ਅਗਰ ਨਹੀਂ ਉਹ ਰਿਪਲਾਈ ਕਰਦੇ ਤੇ ਫਿਰ ਅਸੀਂ ਅਲਬਰਟਾ EMPLOYMENT STANDARDS ਤੇ ਜਾ ਕੇ ਇਹਨਾਂ ਦੀ ਕੰਪਲੇਂਟ ਫਾਈਲ ਕਰੀ ਦੀ ਹੈ। ਫਿਰ ਉਹ ਕੰਪਲੇਂਟ ਵਿੱਚ ਮੈਕਸਿਮਮ 3 ਮੰਥਸ ਦਾ ਟਾਈਮ ਲੱਗ ਜਾਂਦਾ ਹੁੰਦਾ। ਫਿਰ EMPLOYMENT STANDARDS ਦਾ ਆਫਿਸਰ ਰੀਚ ਆਊਟ ਕਰਦਾ ਹੈ, ਮੇਰੀ ਕਲਾਇੰਟ ਨੂੰ ਵੀ ਰੀਚ ਆਊਟ ਕਰੇਗਾ, EMPLOYER ਨੂੰ ਵੀ ਰੀਚ ਆਊਟ ਕਰੇਗਾ, ਔਰ ਉਹਨਾਂ ਸਾਰੀ ਇਨਫੋਰਮੇਸ਼ਨ ਵਗੈਰਾ ਸ਼ੇਅਰ ਕਰਨੇ ਤੋਂ ਬਾਅਦ ਫਿਰ ਉਹਨਾਂ ਦੀ ਜ਼ਿੰਮੇਦਾਰੀ ਹੈ ਕਿ ਇਸ ਡਿਸਪਿਊਟ ਨੂੰ ਸੋਲਵ ਕਰਨੇ ਦੀ, ਇਸ ਮਸਲੇ ਨੂੰ ਸੋਲਵ ਕਰਨੇ ਦੀ। ਰਾਈਟ। ਸੋ ਆਈ ਥਿੰਕ ਬਾਈ ਦ ਐਂਡ ਆਫ ਦ ਸਟੋਰੀ ਉਹਨਾਂ ਨੂੰ ਕੰਪਨਸੇਟ ਕਰ ਦਿੰਦੇ ਹੁੰਦੇ ਨੇ। ਸਾਡਾ ਸਕਸੈਸ ਰੇਟ ਬਹੁਤ ਹਾਈ ਹੈ, ਕਿਉਂਕਿ ਅਸੀਂ ਫਾਈਲ ਹੀ ਉਹੀ ਕਲੇਮ ਕਰਾਂਗੇ ਜਿਹਦੇ ਵਿੱਚ ਸਾਨੂੰ ਗਾਰੰਟੀ ਹੋਏਗੀ ਕਿ ਸਾਡੇ ਕਲਾਇੰਟ ਨੂੰ ਨਹੀਂ ਪੇਮੈਂਟ ਮਿਲੀਆਂ ਹੈ। ਅਸੀਂ ਆਪਣੀ ਕੈਲਕੂਲੇਸ਼ਨ ਪੂਰੀ ਕਰਨੀ ਹੈ, ਕਿਉਂਕਿ ਉਹਨਾਂ ਦਾ ਜਿਹੜਾ EMPLOYMENT STANDARDS ਦਾ ਸੌਫਟਵੇਅਰ ਹੈ ਉਹ ਵੀ ਕੈਲਕੂਲੇਟ ਕਰਦਾ, ਅਸੀਂ ਖੁਦ ਵੀ ਕੈਲਕੂਲੇਟ ਕਰਨੇ ਹੈ। ਔਰ ਪੇ ਸਟਬਸ, ਔਰ ਜਿतना ਸਭ ਤੋਂ ਮੈਂ ਜੋ ਸਟ੍ਰੈਸ ਦੇ ਕੇ ਇੱਥੇ ਕਹਾਂਗੀ ਕਿ ਜਿਤਨੇ ਵੀ EMPLOYEES ਨੇ ਆਪਣਾ ਰਿਕਾਰਡ ਜ਼ਰੂਰ ਰੱਖਣ, ਆਪਣੇ ਕੋਲ ਰੱਖਣ। ਅੱਜ ਲੈਟਸ ਸੇ ਕਿ ਅੱਜ ਟਿਊਜ਼ਡੇ ਹੈ 17 ਮਾਰਚ, ਮੈਂ ਸਵੇਰ 6 ਤੋਂ ਲੈ ਕੇ ਸ਼ਾਮੀ 6 ਤੱਕ ਸ਼ਿਫਟ ਕੀਤੀ ਹੈ, ਔਰ ਵਿੱਚ ਇੰਨੇ ਘੰਟੇ ਦੀ ਮੈਨੂੰ ਬ੍ਰੇਕ ਹੈ। ਇਹ ਤੁਹਾਡੇ ਕੋਲ ਰਿਕਾਰਡ ਹੋਣਾ ਚਾਹੀਦਾ ਹੈ। ਕਈ ਦਫਾ EMPLOYERS ਪੇ ਸਟਬ ਤੇ ਤੁਹਾਡੇ ਨੰਬਰ ਆਫ ਆਵਰਸ ਘੱਟ ਲਿਖਦੇ ਨੇ, ਬਲਕਿ ਮੋਸਟ ਆਫ ਦਾ ਟਾਈਮ ਤੁਹਾਡੇ ਆਵਰਸ ਹੀ ਘੱਟ ਲਿਖੇ ਹੁੰਦੇ ਨੇ। ਤਾਂ ਉਹਦੇ ਵਿੱਚ ਸਾਡੇ ਕੋਲ ਫਾਈਟ ਕਰਨੇ ਦਾ ਮਾਰਜਨ ਨਹੀਂ ਰਹਿੰਦਾ। ਅਗਰ ਤੁਹਾਡੇ ਕੋਲ ਕੋਈ ਟਾਈਮ ਸ਼ੀਟ ਹੈ ਜਾਂ ਟਾਈਮ ਚੈੱਕ ਪੰਚ ਇਨ ਐਂਡ ਪੰਚ ਆਊਟ ਹੈ, ਉਹਦੀ ਪਿਕਚਰਸ ਬਣਾ ਕੇ ਰੱਖੋ ਤਾਂ ਕਿ ਤੁਹਾਡੇ ਕੋਲ ਪ੍ਰੂਫ ਹੋਵੇ ਵੀ ਤੁਸੀਂ ਕਿੰਨੇ ਘੰਟੇ ਕੰਮ ਕੀਤਾ ਔਰ ਕਿੰਨੀ ਤੁਹਾਨੂੰ ਕੰਮ ਪੇਮੈਂਟ ਮਿਲੀ ਹੈ। ਤੇ ਫਿਰ ਉਹ ਬਹੁਤ ਅੱਛੀ ਗਰਾਊਂਡਸ ਹੁੰਦੀਆਂ ਜਿਹਦੇ ਵਿੱਚ ਅਸੀਂ ਆਪਣੇ ਕਲਾਇੰਟਸ ਵਾਸਤੇ ਫਾਈਟ ਕਰ ਸਕਦੇ ਹਾਂ। ਸ਼ੋਰ। ਔਰ ਕੁਝ ਗੱਲਾਂ ਜਿਹੜੀਆਂ ਬਹੁਤ ਹੀ ਕਾਮਨ ਵੀ ਨੇ ਤੇ ਅਹਿਮ ਵੀ ਨੇ, ਇਹਦੇ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਾਂ। ਸਾਨੂੰ ਇਹ ਵੀ ਦੱਸੋ ਰੂਬੀਨਾ ਜੀ ਕਿ ਜਿਵੇਂ ਸਾਡੇ ਲਿਸਨਰ ਨੇ ਪੁੱਛਿਆ ਕਿ ਉਹਨਾਂ ਨੇ ਆਪਣੇ ਕੰਮ ਤੇ 14 ਦਿਨਾਂ ਦਾ ਕੰਮ ਛੱਡਣ ਦਾ ਨੋਟਿਸ ਦਿੱਤਾ, ਪਰ ਉਹਨਾਂ ਨੂੰ ਹੁਣ ਕੰਮ ਹੀ ਨਹੀਂ ਦੇ ਰਹੇ। ਇਹ ਵੀ ਅਗੇਨ ਡਿਪੈਂਡ ਕਰਦਾ ਹੈ ਕਿ ਉਹਨਾਂ ਦੇ ਆਵਰਲੀ ਰੇਟ ਹੈ ਜਾਂ ਉਹ ਸੈਲਰੀਡ EMPLOYED ਨੇ। ਅਗਰ ਤਾਂ ਸੈਲਰੀਡ EMPLOYED ਨੇ ਤਾਂ ਫਿਰ ਤੇ 2 ਵੀਕਸ ਦਾ ਨੋਟਿਸ ਦੇਣ ਤੋਂ ਬਾਅਦ ਉਹਨਾਂ ਨੂੰ ਪੇਮੈਂਟ ਮਿਲਣੀ ਹੈ। ਅਗਰ ਆਵਰਲੀ ਤੇ ਫਿਰ ਜਿਤਨੇ ਆਵਰ ਉਹ ਕੰਮ ਕਰਨਗੇ ਉਨਾ ਹੀ ਉਹਨਾਂ ਨੂੰ ਪੇਮੈਂਟ ਕਰੇਗਾ ਉਹਨਾਂ ਦਾ EMPLOYER। ਡਿਪੈਂਡ ਕਰਦਾ ਹੈ। ਸੋ ਅਕੀਲ ਹੁਸੈਨ ਜੀ ਦਾ ਕਹਿਣਾ ਹੈ ਕਿ ਇਫ ਅ ਥਰਡ ਪਾਰਟੀ ਇਜ਼ ਵਰਕਿੰਗ ਅੰਡਰ ਕੰਟਰੈਕਟ ਐਂਡ ਗੈਟਸ injured while working, ਇਹਦੇ 'ਚ ਵੀ ਕੁਝ ਆਪਸ਼ਨਸ ਹੁੰਦੀਆਂ ਨੇ। ਥਰਡ ਪਾਰਟੀ ਇਨ ਕੰਟਰੈਕਟ ਚੈੱਕ ਕਰ ਸਕਨੇ ਆ। there is no harm, they can always reach us, we can always talk to them and see if we can help them. ਅਗਰ ਨਹੀਂ ਕਰ ਸਕਦੇ ਤਾਂ ਅਸੀਂ ਰਾਈਟ ਅਵੇ ਕਹਿ ਦਿੰਦੇ ਹਾਂ ਕਿ ਅਸੀਂ ਨਹੀਂ ਕਰ ਸਕਦੇ, ਲੇਕਿਨ ਇਹ ਕਿ ਇਟਸ ਗੁੱਡ ਟੂ come and ask for help rather than not even asking at all. ਜਿੱਦਾਂ ਹੁਣ ਮੋਸਟਲੀ ਅਸੀਂ EMPLOYMENT ਵਾਲੇ ਲੋਕਾਂ ਦੀ ਗੱਲ ਕਰ ਰਹੇ ਹਾਂ, ਪਰ ਲੋਕ ਇੱਦਾਂ ਦੇ ਵੀ ਆ ਸਾਡੇ ਸੁਣਨ ਵਾਲੇ ਜਿਹੜੇ ਸੈਲਫ EMPLOYED ਨੇ। ਉਹ ਵੈਰਾਈਟੀ ਆਫ ਜੌਬਸ ਇੱਦਾਂ ਦੀਆਂ ਆ ਜਿੱਥੇ ਕਿ ਉਹ ਸੈਲਫ EMPLOYED ਦੇ ਤੌਰ ਤੇ ਜਾਂ ਕੰਟਰੈਕਚੁਅਲ ਤੌਰ ਤੇ ਕੰਮ ਕਰਦੇ ਆ। ਹੁਣ ਆਪਾਂ EI ਦੇ ਬਾਰੇ ਜਾਣਕਾਰੀ ਦਿੱਤੀ, ਸੈਲਫ EMPLOYED ਨੂੰ ਕਿੱਥੋਂ EI ਮਿਲਣੀ ਹੈ? ਬਹੁਤ ਅੱਛਾ ਕੁਐਸਚਨ ਹੈ ਤੁਹਾਡਾ। ਹੁਣ ਜਿਸ ਤਰ੍ਹਾਂ ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਲੋਕ ਸੈਲਫ, ਜਿਵੇਂ ਉਬਰ ਡਰਾਈਵਰਸ ਨੇ, ਟੈਕਸੀ ਡਰਾਈਵਰਸ ਨੇ, ਕੰਸਟਰਕਸ਼ਨ ਦੇ ਬਿਜ਼ਨਸ ਨੇ, ਲੋਕਾਂ ਦੇ ਆਪਣੇ ਨੇ, ਇੰਸ਼ੋਰੈਂਸ ਦੀਆਂ ਕੰਪਨੀਆਂ ਖੋਲੀਆਂ ਆਏ ਨੇ। ਇਹਨਾਂ ਦੇ ਵਾਸਤੇ ਮੈਂ ਆਪਣੀ ਕਮਿਊਨਿਟੀ ਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਮਾਈ ਸਰਵਿਸ ਕੈਨੇਡਾ ਦੇ ਅਕਾਊਂਟ 'ਤੇ ਜਾ ਕੇ ਜਿਹੜਾ ਸੈਲਫ EMPLOYMENT ਦਾ ਉਹਨਾਂ ਦਾ ਮੈਂਬਰਸ਼ਿਪ ਹੁੰਦੀ ਤੁਸੀਂ ਉਹ ਜ਼ਰੂਰ ਕਰੋ। ਉਹਦੇ ਵਿੱਚ ਬਹੁਤ ਮਿਨੀਮਮ ਤੁਸੀਂ ਆਪਣੀ EI ਕੰਟਰੀਬਿਊਟ ਕਰਨੀ। ਤੇ EI ਹਮੇਸ਼ਾ ਬਹੁਤ ਕਮ ਹੀ ਹੁੰਦੀ ਹੈ। EI ਜਿਹੜੀ ਤੁਸੀਂ ਅਗਰ ਆਪਣੀ ਪੇ ਸਟਬਸ ਵਗੈਰਾ ਵੀ EMPLOYED ਜਿਹੜੇ ਪੇਰੋਲ ਤੇ EMPLOYED ਨੇ ਅਗਰ ਆਪਣੀ ਪੇ ਸਟਬਸ ਦੇਖੋ, EI ਬਹੁਤ ਕਮ ਤੁਸੀਂ ਕੰਟਰੀਬਿਊਟ ਕਰਦੇ ਹੋ। ਤੇ ਇੱਕ ਸਮਾਲ ਅਮਾਊਂਟ ਤੁਸੀਂ ਕੰਟਰੀਬਿਊਟ ਕਰਨੇ ਨਾਲ ਆਪਣੇ ਆਉਣ ਵਾਲੇ ਕੱਲ੍ਹ ਵਾਸਤੇ ਬਹੁਤ ਬਚਾ ਸਕਦੇ ਹੋ। ਲੈਟਸ ਸੇ ਕਿ ਤੁਸੀਂ ਸੈਲਫ EMPLOYED ਹੋ ਔਰ ਤੁਸੀਂ
ਕਦੀ ਵੀ EI ਨਹੀਂ ਕੰਟਰੀਬਿਊਟ ਕੀਤੀ, ਲੇਕਿਨ ਗॉड ਫॉरबिड ਕਿ ਕੋਈ ਸਿਚੁਏਸ਼ਨ ਐਸੀ ਆ ਗਈ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਹੋ, ਨਾ ਤੁਸੀਂ ਰੈਗੂਲਰ EI ਵਾਸਤੇ ਕੁਆਲੀਫਾਈ ਕਰਨਾ, ਨਾ ਤੁਸੀਂ ਸਿਕਨੈਸ ਵਾਸਤੇ ਕੁਆਲੀਫਾਈ ਕਰਨਾ। ਤੇ ਇਹ ਬਹੁਤ ਇੰਪੋਰਟੈਂਟ ਹੈ ਕਿ ਸਰਵਿਸ ਕੈਨੇਡਾ ਦੀ ਵੈਬਸਾਈਟ ਤੇ ਜਾ ਕੇ EI ਫॉर ਸੈਲਫ EMPLOYED EMPLOYEES ਚੈੱਕ ਕਰੋ ਜਾ ਕੇ, ਔਰ ਉਹਦੇ ਵਿੱਚ ਤੁਸੀਂ ਸਾਈਨ ਅਪ ਕਰੋ। ਔਰ 12 ਮੰਥਸ ਲੈਟਸ ਸੇ ਅਗਰ ਤੁਸੀਂ ਪਿਛਲੇ ਸਾਲ ਸਾਈਨ ਅਪ ਕੀਤਾ ਹੈ ਔਰ ਅੱਜ ਤੁਹਾਨੂੰ EI ਦੀ ਜ਼ਰੂਰਤ ਹੈ ਤੇ ਤੁਸੀਂ ਰਾਈਟ ਅਵੇ ਐਲੀਜੀਬਲ ਹੋ ਜਾਓਗੇ। ਅਗਰ ਤੁਸੀਂ ਨਹੀਂ ਕੀਤਾ ਹੈ ਤੇ ਤੁਹਾਨੂੰ ਕੁਝ ਵੀ ਨਹੀਂ ਮਿਲਣਾ, ਬਿਕਾਜ਼ ਤੁਸੀਂ ਕਦੀ ਕੰਟਰੀਬਿਊਟ ਨਹੀਂ ਕੀਤਾ। ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਫਿਊਚਰ ਨੂੰ ਪ੍ਰੋਟੈਕਟ ਕਰਨ ਵਾਸਤੇ ਇਹਦੇ ਵਾਸਤੇ ਜ਼ਰੂਰ ਤੁਸੀਂ ਸਾਈਨ ਅਪ ਕਰੋ। ਰੂਬੀਨਾ ਜੀ, ਸਾਡੇ ਨਾਲ ਕੰਮ ਦੇ ਉੱਤੇ ਵੀ, ਕਿਉਂਕਿ ਅਸੀਂ ਇਮੀਗ੍ਰੈਂਟ ਪੋਪੂਲੇਸ਼ਨ ਨੂੰ ਵੀ ਬਿਲੋਂਗ ਕਰਦੇ ਹਾਂ, ਨੋ ਡਾਊਟ ਅਸੀਂ ਆਪਣਾ ਕੰਮ ਜਿਹੜਾ ਆ ਬੈਸਟ ਆਫ ਆਰ ਐਬਿਲਿਟੀਜ਼ ਤੇ ਵੀ ਦਿੰਨੇ ਆ। ਸਾਡੇ ਨਾਲ ਵੈਰਾਈਟੀ ਆਫ ਪੋਪੂਲੇਸ਼ਨ ਦੇ ਲੋਕ ਕੰਮ ਕਰਦੇ ਆ। ਵੀ ਆਰ ਕੈਨੇਡੀਅਨਸ ਐਂਡ ਕੈਨੇਡੀਅਨ ਸੈਟਅਪ ਦੇ ਵਿੱਚ ਰਹਿੰਦੇ ਹੋਏ ਪੀਪਲ ਕਮ ਫਰੋਮ ਡਿਫਰੈਂਟ ਬੈਕਗਰਾਊਂਡਸ, ਐਥਨੀਸਿਟੀਜ਼, ਐਂਡ ਦੇਰ ਆਰ ਟਾਈਮਸ ਕਿਤੇ ਕਿਸੇ ਵਿਅਕਤੀ ਦੇ ਨਾਲ, ਆਦਮੀ ਜਾਂ ਔਰਤ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਔਰ ਉਹ ਕਈ ਤਰ੍ਹਾਂ ਦੀ ਹੋ ਸਕਦੀ ਹੈ। ਜੇ ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੋ ਕਿ ਉੱਥੇ ਵੀ ਤੁਹਾਡੇ ਰਾਈਟਸ ਹੁੰਦੇ ਨੇ, ਉਹਦੇ ਲਈ ਆਵਾਜ਼ ਚੁੱਕੀ ਜਾ ਸਕਦੀ ਹੈ। ਬਿਲਕੁਲ ਜੀ, ਬਹੁਤ ਅੱਛਾ ਕੁਐਸਚਨ ਹੈ ਜੀ। ਡਿਸਕ੍ਰਿਮੀਨੇਸ਼ਨ ਐਟ ਵਰਕ ਵੈਰੀ ਕਾਮਨ, ਬਹੁਤ ਕਾਮਨ ਹੈ, ਜਿਹੜਾ ਕਈ ਦਫਾ ਸਾਡੀ ਇਮੀਗ੍ਰੈਂਟ ਪੋਪੂਲੇਸ਼ਨ ਨੂੰ ਪਤਾ ਵੀ ਨਹੀਂ ਚੱਲਦਾ, ਲੇਕਿਨ ਤੁਹਾਨੂੰ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੁੰਦੀ ਹੈ। ਜਿਹੜੇ ਅੰਡਰ ਅਲਬਰਟਾ ਲੈਜਿਸਲੇਸ਼ਨ ਦੇ ਪ੍ਰੋਟੈਕਟਡ ਗਰਾਊਂਡਸ ਨੇ, ਉਹਦੇ ਵਿੱਚ ਡਿਸਕ੍ਰਿਮੀਨੇਸ਼ਨ ਹੈ workers differently because of their workers could be treated or discriminated based on their race, ਲਾਈਕ ਉਹਨਾਂ ਦਾ ਜੋ ਵੀ ਇਹਨਾਂ ਦੀ ਪਿੱਛੋਂ ਕਿਹੜੇ ਕੰਟਰੀ ਦੇ ਨੇ, ਤੁਹਾਡਾ ਸਕਿਨ ਕਲਰ ਕੀ ਹੈ, ਤੁਹਾਡਾ ਪਲੇਸ ਆਫ ਓਰੀਜਨ, ਐਥਨੀਸਿਟੀ, ਰਿਲੀਜਨ, ਤੁਹਾਡਾ ਜੈਂਡਰ, ਤੁਹਾਡੀ ਹੈਲਥ ਕੰਡੀਸ਼ਨ, ਮੈਂਟਲ ਫਿਜ਼ੀਕਲ ਡਿਸੇਬਿਲਿਟੀਜ਼, ਇਹਨਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਆ। ਲੈਟਸ ਸੇ ਕਿ ਇੱਕ ਲੇਡੀ ਇਹ ਕੰਮ ਕਰ ਰਹੀ ਹੈ, ਐਜ਼ ਲੌਂਗ ਐਜ਼ ਉਸ ਨੂੰ ਪਤਾ ਚੱਲਦਾ ਹੈ ਕਿ ਜੀ ਉਹ ਪ੍ਰੈਗਨੈਂਟ ਹੈ, ਉਹਦੇ ਆਵਰ ਕੱਟ ਦਿੱਤੇ ਜਾਂਦੇ ਨੇ, ਉਹਨੂੰ ਕੰਮ ਨਹੀਂ ਦਿੱਤਾ ਜਾਂਦਾ ਹੁੰਦਾ, ਤੇ ਇਹ ਡਿਸਕ੍ਰਿਮੀਨੇਸ਼ਨ ਹੈ। ਹਾਲਾਂਕਿ ਉਸਨੇ ਕੋਈ ਰਿਕੁਐਸਟ ਨਹੀਂ ਕੀਤੀ ਕਿ ਮੈਨੂੰ ਮੈਂ ਕੰਮ ਨਹੀਂ ਕਰ ਸਕਦੀ, ਉਹ ਪ੍ਰੋਪਰ ਆਪਣਾ ਅਵੇਲੇਬਿਲਿਟੀ ਉਸਦੀ ਫੁੱਲ ਹੈ, ਲੇਕਿਨ ਉਸ ਨੂੰ ਕੰਮ ਦਿੱਤਾ ਜਾ ਰਿਹਾ। ਸਿਮਿਲਰਲੀ ਕਈ ਜਗ੍ਹਾ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਸਾਡੇ ਕਈ ਇਮੀਗ੍ਰੈਂਟਸ ਇਸ ਤਰ੍ਹਾਂ ਦੇ ਹੁੰਦੇ ਕਿ ਬਹੁਤ ਹੀ ਹਾਈਲੀ ਕੁਆਲੀਫਾਈਡ ਹੁੰਦੇ ਨੇ, ਉਹਨਾਂ ਨੂੰ ਅੱਗੇ ਪ੍ਰੋਗਰੈਸ ਕਰਨੇ ਦੀ ਓਪਰਚੁਨਿਟੀਜ਼ ਨਹੀਂ ਦਿੱਤੀ ਜਾਂਦੀ, ਬਿਕੋਜ਼ ਕਿ ਉਹਨਾਂ ਦੇ EMPLOYERS ਨੂੰ ਆਪਣੀ ਇਨਸਿਕਿਉਰਿਟੀਜ਼ ਹੁੰਦੀਆਂ ਨੇ। ਉਹ ਚਾਹੁੰਦੇ, ਉਹਨਾਂ ਨੂੰ ਪਤਾ ਹੁੰਦਾ ਉਹਨਾਂ ਦੇ EMPLOYERS ਨੂੰ, ਉਹਨਾਂ ਦੇ ਬੌਸਸ ਨੂੰ ਕਿ ਇਹ ਬੰਦਾ ਬਹੁਤ ਕੰਪੀਟੈਂਟ ਹੈ, ਲਾਇਕ ਹੈ, ਇਹਦੇ ਕੋਲ ਕੁਆਲੀਫਿਕੇਸ਼ਨ ਵੀ ਹੈ, ਇਹਦੇ ਕੋਲ ਡੈਜ਼ਿਗਨੇਸ਼ਨ ਵੀ ਹੈ, ਲੇਕਿਨ ਉਸ ਨੂੰ ਅੱਗੇ ਨਹੀਂ ਜਾਣ ਦੇਣਗੇ, ਔਰ ਉਸ ਨੂੰ ਉਹਦੇ ਭੁੱਲ ਭੁਲਈਆਂ ਵਿੱਚ ਹੀ ਰੱਖਣਗੇ ਕਿ ਤੂੰ ਬਸ ਠੀਕ ਹੈ, ਇੱਥੇ ਹੀ ਰਹਿ। ਤੇ ਇਹ ਵੀ ਡਿਸਕ੍ਰਿਮੀਨੇਸ਼ਨ ਹੈ। ਤੇ ਪ੍ਰੋਗਰੈਸ਼ਨ ਦੀ ਇਕੁਅਲ ਓਪਰਚੁਨਿਟੀ ਮਿਲਣੀ ਚਾਹੀਦੀ ਹੈ ਅਗਰ ਤੁਸੀਂ ਕੁਆਲੀਫਾਈ ਕਰਦੇ ਹੋ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿ ਤੁਸੀਂ ਜਿੱਥੇ ਕੰਮ ਕਰਦੇ ਹੋ ਆਪਣੇ ਅੱਗੇ ਪਿੱਛੇ ਜ਼ਰਾ ਇਹ ਧਿਆਨ ਰੱਖ ਕੇ ਕਿ ਸੋਚੋ ਕਿ ਤੁਹਾਡੇ ਨਾਲ ਕਿਸੇ ਜਗ੍ਹਾ ਤੇ ਡਿਸਕ੍ਰਿਮੀਨੇਸ਼ਨ ਤੇ ਨਹੀਂ ਹੋ ਰਹੀ ਹੈ। ਲੈਟਸ ਸੇ ਕਿ ਅਗਰ ਵਰਕ ਪਲੇਸ ਇੰਜਰੀ ਹੋਈ, ਤੁਸੀਂ ਵਰਕਰਸ ਕੰਪਨਸੇਸ਼ਨ ਬੋਰਡ WCB ਤੇ ਕਿ ਵਾਪਸ ਆਉਂਦੇ ਹੋ, ਤੁਹਾਡੇ ਆਵਰਸ ਹੀ ਕੱਟ ਦਿੱਤੇ ਜਾਂਦੇ ਨੇ, ਜਾਂ EMPLOYER ਕੋਈ ਨਾ ਕੋਈ ਬਹਾਨਾ ਬਣਾ ਕੇ ਤੁਹਾਨੂੰ ਟਰਮੀਨੇਟ ਕਰ ਦਿੰਦਾ। ਬਹੁਤ ਕਾਮਨ ਹੈ, ਬਹੁਤ ਕਾਮਨ। ਜਦੋਂ WCB ਤੋਂ ਵਾਪਸ ਆਉਂਦੇ ਹੋ ਤੁਹਾਨੂੰ ਟਰਮੀਨੇਸ਼ਨ ਲੈਟਰ ਮਿਲ ਜਾਂਦਾ ਹੁੰਦਾ। ਇਹ ਵੀ ਤੁਹਾਡੀ ਤੇ ਡਿਸਕ੍ਰਿਮੀਨੇਸ਼ਨ ਹੈ, ਬਿਕੋਜ਼ ਬੇਸਡ ਔਨ ਯੂਰ ਫਿਜ਼ੀਕਲ ਐਂਡ ਮੈਂਟਲ ਹੈਲਥ ਕੰਡੀਸ਼ਨਸ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਆਪਣੇ ਲੋਕਾਂ ਨੂੰ ਕਿ ਆਪਣੇ ਆਲੇ ਦੁਆਲੇ ਧਿਆਨ ਰੱਖਣ ਵੀ ਉਹਨਾਂ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਤੇ ਨਹੀਂ ਹੋ ਰਹੀ ਹੈ। ਆਪਣਾ ਸ਼ੋਸ਼ਣ ਨਾ ਹੋਣ ਦਿਓ। ਕਈ ਵਾਰੀ ਬੱਚੇ ਹੈ, ਯੰਗ ਕੁੜੀਆਂ ਨੇ, 18, 19, 20 ਸਾਲ ਦੇ ਬੱਚੇ ਹੈ, ਹੈ ਨਾ, ਅਤੇ ਬੱਚੀਆਂ ਦੇ ਨਾਲ ਕੀ ਅੱਛਾ ਉਹ ਆਵਰਸ ਕਹਿਣ ਕਿ ਸਾਡੇ ਆਵਰਸ ਪੂਰੇ ਦੇ ਦਿਓ ਸਾਨੂੰ, ਜਾਂ ਮੈਨੂੰ ਥੋੜ੍ਹੇ ਐਕਸਟਰਾ ਆਵਰਸ ਚਾਹੀਦੇ ਨੇ, ਅਤੇ ਆਪਣੇ ਹੀ ਇੰਪਲੋਇਰ ਹੁੰਦੇ ਆ ਕਈ ਜਣੇ, ਉਹਨਾਂ ਦਾ ਗਲਤ ਫਾਇਦਾ ਚੱਕਣਾ ਚਾਹ ਰਹੇ ਹੁੰਦੇ ਆ। ਬਿਲਕੁਲ ਬਿਲਕੁਲ। ਕਈ ਦਫਾ ਤੇ ਇਹ ਹੈ। ਅੱਛਾ, ਦੂਸਰੀ ਤਰ੍ਹਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਜਾਂ ਹਰੈਸਮੈਂਟ ਜਿਸ ਨੂੰ ਮੈਂ ਕਹਾਂਗੀ ਬਹੁਤ ਕਾਮਨ ਹੈ ਕਿ ਜਾਣ ਬੁੱਝ ਕੇ ਐਸੇ ਆਵਰਸ ਵਿੱਚ ਸਕੈਜੂਲ ਚੇਂਜ ਕਰਵਾ ਦੇਣੇ ਨੇ ਕਿ ਜਿੱਥੇ EMPLOYER ਚਾਹੇਗਾ ਕਿ ਕੋਈ ਇੰਟੀਮੇਟ ਰਿਲੇਸ਼ਨਸ਼ਿਪ ਕਾਇਮ ਕਰਨਾ ਚਾਹਦਾ ਕਿਸੇ EMPLOYEE ਦੇ ਨਾਲ, ਉਹ ਜਾਣਬੁੱਝ ਕੇ ਆਪਣੇ ਆਵਰਸ ਉਸ EMPLOYEES ਦੇ ਆਵਰ ਚੇਂਜ ਕਰਵਾ ਦੇਣਗੇ। ਤੇ ਇਹ ਚੀਜ਼ਾਂ ਸਭ ਨੂੰ ਧਿਆਨ ਵਿੱਚ ਰੱਖਣੀ ਚਾਹੀਦੀਆਂ ਨੇ। ਅਗਰ ਤੁਸੀਂ ਕੋਈ ਵੀ ਚੀਜ਼ ਅਨਯੂਜੂਅਲ ਐਕਟੀਵਿਟੀ ਆਪਣੇ ਅਰਾਊਂਡ ਦੇਖ ਰਹੇ ਹੋ ਜਾਂ ਆਪਣੀ ਟੀਮ ਵਿੱਚ ਦੇਖ ਰਹੇ ਹੋ ਤੇ ਤੁਸੀਂ ਉਸ ਤੇ ਨਜ਼ਰ ਰੱਖੋ। Sure. We just want people to know that we're here for them. Don't be afraid to reach out for help. Knowledge is power. Right. Yeah. The more you know, the better informed you are, and you can make a decision that's right for you. We encourage people to visit our website. It's helpwrc.org. Thank you, Fiona. Anji Rubina ji.
ਹਾਂਜੀ ਬਿਲਕੁਲ ਇੱਕ ਚੀਜ਼ ਮੈਂ ਐਡ ਕਰਨਾ ਚਾਹਾਂਗੀ ਕਿ ਜੋ ਵੀ ਤੁਸੀਂ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਦੇ ਹੋ ਹਾਈਲੀ ਕੌਨਫੀਡੈਂਸ਼ੀਅਲ ਹੁੰਦੀ ਹੈ, ਸਾਡੇ ਸਿਕਿਉਰ ਡਾਟਾਬੇਸ ਵਿੱਚ ਹੁੰਦੀ ਹੈ। ਅਸੀਂ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਇਹਦੀ ਤੁਸੀਂ ਵਰੀ ਨਹੀਂ ਕਰਨੀ ਕਿ ਤੁਹਾਡੀ ਇਨਫੋਰਮੇਸ਼ਨ ਤੁਹਾਡੇ EMPLOYER ਨਾਲ ਬਿਨਾਂ ਤੁਹਾਡੀ ਪਰਮਿਸ਼ਨ ਤੋਂ ਅਸੀਂ ਸ਼ੇਅਰ ਕਰਾਂਗੇ। ਔਰ ਦੂਸਰਾ ਇੱਕ ਇੰਪੋਰਟੈਂਟ ਐਸਪੈਕਟ ਸਾਡੀ ਪ੍ਰੋਗਰਾਮ ਦਾ ਵੀ ਹੈ ਕਿ ਪਬਲਿਕ ਲੀਗਲ ਐਜੂਕੇਸ਼ਨ ਹੈ। ਸਾਡੀ ਪਬਲਿਕ ਲੀਗਲ ਐਜੂਕੇਸ਼ਨ ਸਟਾਫ ਮੈਂਬਰ ਨੇ ਕੈਨੇਡੀ, ਉਹ ਕਮਿਊਨਿਟੀਜ਼ ਵਿੱਚ ਜਾ ਕੇ ਇਨਫੋਰਮੇਸ਼ਨ ਸੈਸ਼ਨਸ ਦਿੰਦੇ ਨੇ ਜਿਹਦੇ ਵਿੱਚ ਲੋਕਾਂ ਨੂੰ ਆਪਣੇ ਰਾਈਟਸ ਦੇ ਬਾਰੇ 'ਚ ਪਤਾ ਚੱਲਦਾ ਹੈ। ਅਤੇ ਅਸੀਂ ਸਟਰੋਂਗਲੀ ਰეკਮੈਂਡ ਕਰਾਂਗੇ ਕਿ ਤੁਸੀਂ ਜ਼ਰੂਰ ਸਾਈਨ ਅਪ ਕੀਤਾ ਕਰੋ ਸਾਡੇ ਪਬਲਿਕ ਲੀਗਲ ਐਜੂਕੇਸ਼ਨ, ਉਹਦੇ ਵਿੱਚ ਤੁਹਾਨੂੰ ਬਹੁਤ ਨੌਲੇਜ ਮਿਲੇਗੀ। ਤੁਸੀਂ ਵਰਕਰ ਵੀਜ਼ਾ ਤੇ ਹੋ ਸਕਦੇ ਹੋ, ਤੁਸੀਂ ਸਟੂਡੈਂਟ ਵੀਜ਼ਾ ਤੇ ਹੋ ਸਕਦੇ ਹੋ, ਬਸ਼ਰਤੇ ਕਿ ਤੁਸੀਂ ਪੇ ਰੋਲ ਦੇ ਉੱਤੇ ਤੁਹਾਨੂੰ ਕੰਮ ਮਿਲਦਾ ਪਿਆ ਹੈ, ਤੁਹਾਡੇ ਹੱਕ ਹੈਗੇ ਨੇ। ਮੈਂ ਇਹ ਕਲੀਅਰ ਕਰਾਉਣਾ ਚਾਹੁੰਦੀ ਸੀ ਕਿ ਇਹ ਨਹੀਂ ਕਿ ਵਰਕਰਸ ਰਿਸੋਰਸ ਸੈਂਟਰ ਵਾਲੇ ਸਿਰਫ ਜਿਹੜੇ ਕਿ ਕੈਨੇਡੀਅਨ ਸਿਟੀਜ਼ਨਸ ਨੇ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਦੀ ਹੀ ਮਦਦ ਕਰਦੇ ਆ। ਹੱਕ ਤਾਂ ਸਾਰਿਆਂ ਦਾ ਹੀ ਹੈ ਜੀ, ਸਭ ਦਾ ਹੱਕ ਹੈ ਐਜ਼ ਲੌਂਗ ਐਜ਼ ਤੁਸੀਂ ਕੰਮ ਕਰ। ਈਵਨ ਅਗਰ ਤੁਸੀਂ ਕੈਸ਼ ਤੇ ਵੀ ਕਰ ਰਹੇ ਹੋ, ਤੁਹਾਡੇ ਕੋਲ ਰਿਕਾਰਡ ਹੈ ਟ੍ਰਾਂਜੈਕਸ਼ਨਸ ਦਾ, ਉਹਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਹੈਲਪ ਕਰ ਸਕਦੇ ਹਾਂ। ਇਹਦੇ ਵਿੱਚ ਕੋਈ ਨਹੀਂ, ਅਗਰ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ, ਤੁਹਾਨੂੰ ਅਗਰ ਵਰਕ ਪਰਮਿਟ ਮਿਲਿਆ ਹੋਵੇ, ਕਿਉਂਕਿ ਸਟੂਡੈਂਟ ਵੀਜ਼ੇ ਤੇ ਵੀ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ। ਵਰਕ ਪਰਮਿਟ ਤੇ ਹੋ ਤੁਸੀਂ, ਜਾਂ ਟੈਂਪਰਰੀ ਫੋਰਨ ਵਰਕਰ ਹੋ, ਜਾਂ ਤੁਸੀਂ LMIA ਲੈ ਓਪਨ ਵਰਕ ਪਰਮਿਟ ਤੇ ਹੋ, ਕਲੋਜ਼ ਵਰਕ ਪਰਮਿਟ ਤੇ ਹੋ, ਜਾਂ ਪਰਮਾਨੈਂਟ ਰੈਜ਼ੀਡੈਂਟ ਜਾਂ ਕੈਨੇਡੀਅਨ ਸਿਟੀਜ਼ਨ, ਅਸੀਂ ਹਰ ਇੱਕ ਨੂੰ ਸਪੋਰਟ ਕਰਨੇ ਹਾਂ, ਹਰ ਇੱਕ ਵਾਸਤੇ ਹੈਲਪ ਕਰਨੇ ਹਾਂ। ਗੱਲਬਾਤ ਤਾਂ ਹੋਰ ਵੀ ਬਹੁਤ ਡੀਟੇਲ ਦੇ ਵਿੱਚ ਕੀਤੀ ਜਾ ਸਕਦੀ ਸੀ, ਕੋਈ ਗੱਲ ਨਹੀਂ। ਵੀ ਲੁੱਕ ਫਾਰਵਰਡ ਟੂ ਹੈਵ ਯੂ ਅਗੈਨ ਰਵੀਨਾ। ਪਰ ਤੁਸੀਂ ਇਹ ਜ਼ਰੂਰ ਦੱਸੋ ਕਿ ਸਾਡੇ ਲਿਸਨਰਸ ਜਿਹੜਾ ਬਾਰ-ਬਾਰ ਕਹਿ ਰਹੇ ਨੰਬਰ ਵੀ ਕਿਹਦੇ ਤੇ ਕੰਟੈਕਟ ਕਰ ਲਈਏ। ਜੀ ਬਿਲਕੁਲ, ਮੇਰਾ ਡਾਇਰੈਕਟ ਲਾਈਨ ਹੈ 5873282793 ਅਤੇ ਇੱਥੇ ਤੁਸੀਂ ਕਾਲ ਕਰਕੇ ਆਪਣਾ ਪੰਜਾਬੀ, ਹਿੰਦੀ, ਉਰਦੂ ਵਿੱਚ ਮੈਸੇਜ ਛੋੜ ਸਕਦੇ ਹੋ। ਅਤੇ ਵੈਸੇ ਜਿਸ ਤਰ੍ਹਾਂ ਫਿਓਨਾ ਨੇ ਕਿਹਾ ਕਿ helpwrc.org ਸਾਡੀ ਵੈਬਸਾਈਟ 'ਤੇ ਜਾ ਕੇ ਉੱਥੇ ਵੀ ਤੁਸੀਂ ਆਪਣਾ ਇਨਟੇਕ ਕੰਪਲੀਟ ਕਰਕੇ ਤੁਹਾਨੂੰ ਸਪੋਰਟ ਮਿਲ ਸਕਦੀ ਹੈ। ਥੈਂਕ ਯੂ ਸੋ ਮਚ ਫॉर ਬੀਇੰਗ ਵਿਦ ਅਸ। ਥੈਂਕ ਯੂ। Thank you so much for having us today.